ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਰਹਾਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 44 ਉੱਪਰ ਸੁਭਾਏਮਾਨ ਹੈ। ਇਸ ਸ਼ਬਦ ਵਿੱਚ ਰਹਾਉ ਦੀ ਪਾਵਨ ਪੰਕਤੀ ਔਰ ਪਹਿਲੇ ਪਦੇ ਨੂੰ ਕੱਲ ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਸਰਵਣ ਕਰਕੇ ਇਸ ਵਿਚਾਰ ਨੂੰ ਸਮਝਣ ਦਾ ਯਤਨ ਕੀਤਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਰਹਾਉ ਵਾਲੀ ਪੰਕਤੀ ਭਾਵ ਜਿੱਥੇ ਅਸੀਂ ਰੁਕ ਕੇ ਸਮਝਣਾ ਹੈ, ਸ਼ਬਦ ਦਾ ਜੋ ਕੇਂਦਰੀ ਭਾਵ ਹੈ, ਮਨ ਨੂੰ ਆਵਾਜ਼ ਦੇ ਕੇ ਸਮਝਾਉਂਦੇ ਨੇ ਕਿ ਹੇ ਮੇਰੇ ਮਨ, ਤੂੰ ਇੱਕ ਦੇ ਨਾਲ ਚਿੱਤ ਲਾ। ਇਹ ਗੱਲ ਕਿਉਂ ਕਹੀ? ਕਿਉਂਕਿ ਮਨ ਇੱਕ ਪਾਸੇ ਨਹੀਂ ਲੱਗਦਾ, ਮਨ ਚੰਚਲ ਹੈ, ਮਨ ਹਰ ਵੇਲੇ ਭਟਕਦਾ ਰਹਿੰਦਾ ਹੈ। ਇਸ ਲਈ ਕਦੇ ਕਿਤੇ ਕਦੇ ਕਿਤੇ, ਤੇ ਜਿੰਨਾ ਚਿਰ ਮਨ ਇੱਕ ਨਾਲ ਚਿੱਤ ਨਹੀਂ ਜੋੜੇਗਾ ਉਨਾ ਚਿਰ ਗੱਲ ਨਹੀਂ ਬਣਨੀ। ਇਹ ਮਨ ਚੰਚਲ ਹੈ, ਇਹ ਚਤੁਰਾਈਆਂ ਦੇ ਨਾਲ ਭਰਿਆ ਹੋਇਆ ਹੈ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਨ ਤੂੰ ਬਹੁਤ ਚਤੁਰ ਹੈ, ਬਹੁਤ ਚਲਾਕ ਹੈ, ਤੇ ਤੇਰੀ ਇਸ ਚਲਾਕੀ ਨਾਲ ਚਤੁਰਾਈ ਨਾਲ ਗੱਲ ਨਹੀਂ ਬਣਨੀ। ਤੂੰ ਕਦੇ ਕਿਤੇ ਆਪਣਾ ਚਿੱਤ ਜੋੜ ਲੈਣਾ, ਕਦੇ ਕਿਤੇ, ਭਾਵ ਤੇਰਾ ਧਿਆਨ ਕਦੇ ਕਿਤੇ ਹੁੰਦਾ ਹੈ, ਕਦੇ ਕਿਤੇ ਹੁੰਦਾ ਹੈ। ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਪੁਰਬ ਨੂੰ ਬਹੁਤ ਹੀ ਸ਼ਰਧਾ ਪਿਆਰ ਭਾਵਨਾ ਨਾਲ ਭਿੱਜ ਕੇ ਮਨਾਇਆ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਕਿ ਤੂੰ ਆਪਣਾ ਚਿੱਤ ਮੜੀਆਂ ਤੇ ਮਸਾਣਾ ਨਾਲ ਨਹੀਂ ਜੋੜਨਾ, ਤੂੰ ਦੁਬਿਧਾ ਵਿੱਚ ਨਹੀਂ ਪੈਣਾ, ਤੂੰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਆਪਣਾ ਚਿੱਤ ਜੋੜ। ਦੁਬਿਧਾ ਦੇ ਵਿੱਚ ਦੋ ਪਾਸੇ ਨੂੰ ਚਿੱਤ ਜੋੜੇਗਾ ਤੇ ਭਟਕਣਾ ਵਧੇਗੀ, ਖਤਮ ਨਹੀਂ ਹੋਏਗੀ। ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਜੇ ਅਸੀਂ ਖੁਸ਼ੀਆਂ ਲੈਣਾ ਚਾਹੁੰਦੇ ਹਾਂ, ਜੇ ਅਸੀਂ ਅਸਲ ਖੁਸ਼ੀਆਂ ਨੂੰ ਮੰਨਣਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਚਿੱਤ ਇੱਕ ਪਾਸੇ ਲਾਉਣਾ ਪੈਣਾ ਹੈ। ਹੁਣ ਜਿੱਧਰ ਮਨ ਹੋਏਗਾ ਧਿਆਨ ਵੀ ਉਸ ਪਾਸੇ।
ਜਿਸ ਪਾਸੇ ਸਾਡਾ ਮਨ ਹੋਏਗਾ ਧਿਆਨ ਵੀ ਉਸੇ ਪਾਸੇ ਹੀ ਜਾਏਗਾ, ਸਾਡੇ ਅੰਦਰ ਖਿਆਲ ਵੀ ਉਹੀ ਆਉਣਗੇ। ਫਿਰ ਅਸੀਂ ਭਾਵੇਂ ਧਰਮ ਦੇ ਅਸਥਾਨ ਤੇ ਬੈਠੇ ਹੋਈਏ, ਪਰ ਸਾਡੇ ਦਿਮਾਗ ਵਿੱਚ ਤਸਵੀਰ ਹੋਰ ਬਣ ਰਹੀ ਹੈ। ਸਾਡੇ ਦਿਮਾਗ ਦੇ ਵਿੱਚ ਖਿਆਲਾਂ ਦੀ ਤਸਵੀਰ ਹੋਰ ਬਣ ਰਹੀ ਹੈ। ਇਹਦਾ ਮਤਲਬ ਸਰੀਰ ਤਾਂ ਜੁੜਿਆ ਪਰ ਮਨ ਨਹੀਂ ਜੁੜਿਆ। ਅੰਮ੍ਰਿਤ ਬਾਣੀ ਵਿੱਚ ਮਹਾਰਾਜ ਜੀ ਕਹਿੰਦੇ, ਇਹ ਮਨ ਤੂੰ ਪਰਮੇਸ਼ਵਰ ਦੇ ਨਾਲ ਇੱਕ ਮਿਕ ਹੋ ਜਾ, ਉਹਦੇ ਨਾਮ ਦੇ ਨਾਲ। ਇਹ ਮਨ ਹਰਿ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ, ਹਰਿ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਈ। ਉਹਦੀ ਵਡਿਆਈਆਂ ਵੀ ਉਹ ਦਾਤਾਂ ਦੇ ਕੇ ਪਛਤਾਉਂਦਾ ਨਹੀਂ ਹੈ। ਉਹ ਸਰਬ ਸੁਖ ਦਾਤਾ ਹੈ, ਸਭਨਾਂ ਦੀ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਹੈ। ਫਿਰ ਇੱਕ ਹੈ ਮਨ, ਤੂੰ ਇੱਕ ਦਾ ਦਰ ਛੱਡ ਕੇ ਬਹੁਤਿਆਂ ਦੇ ਦਰ ਤੇ ਕਿਉਂ ਭਟਕਦਾ ਹੈ? ਮੇਰੇ ਮਨ, ਹੁਣ ਜਿਹੜਾ ਜਿਹੜਾ ਸ਼ਬਦ ਪੜ੍ਹੇਗਾ ਉਹ ਆਪਣੇ ਆਪਣੇ ਮਨ ਨੂੰ ਕਹੇਗਾ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮਨ ਨੂੰ ਨਹੀਂ, ਉਹ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਹੈ ਕਿ ਤੁਸੀਂ ਸਾਰੇ ਆਪਣੇ ਆਪਣੇ ਮਨ ਨੂੰ ਕਹੋ ਕਿ ਮਨਾ ਏਕਸ ਸਿਉ ਚਿਤ ਲਾਏ। ਸਿਉ ਦਾ ਅਰਥ ਹੁੰਦਾ ਨਾਲ, ਇੱਕ ਦੇ ਨਾਲ ਆਪਣਾ ਚਿੱਤ ਲਾ। ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਜਿਹਦੇ ਨਾਲ ਤੂੰ ਚਿੱਤ ਲਾ ਕੇ ਬੈਠਾ ਉਹ ਨਾਸ਼ਵੰਤ ਹੈ, ਮਿਥਿਆ। ਉਹ ਇੱਕ ਮਿੱਥੀ ਹੋਈ ਚੀਜ਼ ਹੈ ਜੋ ਸਮੇਂ ਨਾਲ ਖਤਮ ਹੋ ਜਾਣੀ ਹੈ। ਇਹ ਜੋ ਮਾਇਆ ਦਾ ਮੋਹ ਹੈ ਇਹ ਨਾਸ਼ਵੰਤ ਹੈ। ਇਹ ਸਭ ਇੱਕ ਧੰਦ, ਇੱਕ ਜੰਜਾਲ ਹੈ ਜਿਹਦੇ ਵਿੱਚ ਤੂੰ, ਜੰਜਾਲ ਦੇ ਵਿੱਚ ਤੂੰ ਫਸ ਜਾਏਗਾ। ਇਸ ਲਈ ਤੂੰ ਕਿਤੇ ਇਸ ਧੰਦ ਵਿੱਚ, ਇਸ ਮਾਇਆਵੀ ਜੰਜਾਲ ਵਿੱਚ ਨਾ ਫਸ ਜਾਵੇਂ। ਕਿਉਂਕਿ ਜੇ ਮਨ ਇਸ ਜੰਜਾਲ ਵਿੱਚ ਫਸ ਗਿਆ ਤੇ ਸਭ ਤੋਂ ਪਹਿਲਾਂ ਇਹਨੂੰ ਪਰਮੇਸ਼ਵਰ ਭੁੱਲਣਾ ਹੈ। ਮਨ ਮਾਇਆ ਮੈਂ ਫਦ ਰਹਿਓ ਵਿਸਰਿਓ ਗੋਬਿੰਦ ਨਾਮ। ਕਹਿੰਦੇ ਜਿਹੜਾ ਪਰਮੇਸ਼ਵਰ ਦਾ ਨਾਮ ਸੀ ਉਹ ਸਭ ਤੋਂ ਪਹਿਲਾਂ ਵਿਸਰ ਗਿਆ। ਜਦੋਂ ਮਨ ਇਸ ਮਾਇਆ ਦੇ ਮੋਹ ਵਿੱਚ ਫਸ ਗਿਆ, ਇਸ ਲਈ ਮੇਰੇ ਮਨ ਏਕਸ ਸਿਉ ਚਿਤ ਲਾਏ। ਇੱਕ ਤੋਂ ਬਿਨਾਂ ਇਹ ਸਭ ਮਾਇਆਵੀ ਜੰਜਾਲ ਹੈ ਔਰ ਇਹ ਨਾਸ਼ਵੰਤ ਹੈ। ਤੂੰ ਇਹਦੇ ਨਾਲ ਮੋਹ ਨਾ ਪਾ, ਤੂੰ ਇੱਕ ਪਰਮੇਸ਼ਵਰ ਦੇ ਨਾਮ ਨਾਲ ਆਪਣਾ ਚਿੱਤ ਜੋੜ। ਜੇ ਤੂੰ ਆਪਣੇ ਮਨ ਵਿੱਚੋਂ ਦੀ ਇਹ ਸਦਾ ਲਈ ਦੁੱਖ ਰੋਗ ਕਲਾ ਕਲੇਸ਼ ਨੂੰ ਮੁਕਾਉਣਾ ਚਾਹੁੰਦਾ ਹੈ, ਕਿਉਂਕਿ ਦੁੱਖ ਰੋਗ ਕਲਾ ਕਲੇਸ਼ ਸਾਡੇ ਮਨ ਦੇ ਵਿੱਚ ਹੈ, ਤੇ ਸਭ ਕਹਿੰਦੇ ਇਹ ਇੱਕੋ ਹੀ ਤਰੀਕੇ ਦੇ ਨਾਲ ਦੂਰ ਹੋਣਾ ਜਦੋਂ ਮੇਰੇ ਮਨ ਏਕਸ ਸਿਉ ਚਿਤ ਲਾਏ। ਰਹਾਉ ਵਾਲੀ ਪੰਕਤੀ ਨੂੰ ਕੱਲ ਵੀ ਆਪਾਂ ਵਿਚਾਰਿਆ। ਅੱਜ ਗੁਰੂ ਸਾਹਿਬ ਜੀ ਨੇ ਫਿਰ ਕਿਰਪਾ ਕੀਤੀ ਹੈ, ਇਸੇ ਹੀ ਪਾਵਨ ਸ਼ਬਦ ਨੂੰ ਵਿਚਾਰਨਾ ਹੈ, ਜਿਸ ਦੇ ਪਹਿਲੇ ਪਦਿਆਂ ਦੀ ਵਿਚਾਰ ਨੂੰ ਆਪ ਜੀ ਨੇ ਸਰਵਨ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਨ। ਇਸ ਸ਼ਬਦ ਵਿੱਚ ਜੋ ਸਮਝਾਉਣਾ ਚਾਹੁੰਦੇ ਨੇ ਬੜੇ ਪਿਆਰ ਨਾਲ ਸਮਝਣ ਦਾ ਯਤਨ ਕਰੀਏ ਜੀ। ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ। ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ। ਸਭ ਕਹਿੰਦੇ ਸਭੇ ਥੋਕ ਪ੍ਰਾਪਤੇ, ਸਾਰੀਆਂ ਹੀ ਬਖਸ਼ਿਸ਼ਾਂ ਪ੍ਰਾਪਤ ਹੋ ਜਾਣਗੀਆਂ ਜੇ ਆਵੇ ਇੱਕ ਹੱਥ।
ਜੇ ਕਿਤੇ ਇੱਕ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜਿਆ ਜਾ ਸਕੇ। ਹੱਥ ਭਾਵ ਕਿ ਜੇ ਇੱਕ ਨਾਮ ਦਾ ਪਦਾਰਥ ਸਾਡੇ ਹੱਥ ਆ ਜਾਏ, ਕਿਉਂਕਿ ਨਾਮ ਵੀ ਪਦਾਰਥ ਹੈ ਔਰ ਇਹ ਜਨਮ ਵੀ ਸਾਡਾ ਇੱਕ ਪਦਾਰਥ ਹੈ ਜਿਹਦੇ ਵਿੱਚੋਂ ਦੀ ਅਸੀਂ ਰਸ ਮੰਨਣਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਸਾਰੀਆਂ ਹੀ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਹੋ ਜਾਣਗੀਆਂ ਜੇ ਕਿਤੇ ਇੱਕ ਪਰਮੇਸ਼ਵਰ ਦਾ ਨਾਮ ਪਦਾਰਥ ਹੱਥ ਵਿੱਚ ਆ ਜਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਹੀ ਕਹਿੰਦੇ ਨੇ, ਤੇਰਾ ਕੀਆ ਮੀਠਾ ਲਾਗੈ ਹਰ ਨਾਮ, ਪਦਾਰਥ ਨਾਨਕ ਮੰਗੈ। ਜੇ ਇਹ ਹੱਥ ਵਿੱਚ ਆ ਜਾਏ ਨਾਮ ਦਾ ਪਦਾਰਥ ਤਾਂ ਸਾਰੀਆਂ ਬਖਸ਼ਿਸ਼ਾਂ ਦੀ ਪ੍ਰਾਪਤੀ ਹੋ ਜਾਏਗੀ। ਕਹਿਣ ਤੋਂ ਭਾਵ ਕਿ ਪਰਮੇਸ਼ਵਰ ਦੇ ਨਾਮ ਵਿੱਚ ਸਰਬ ਸੁੱਖ ਹੈ। ਪਰਮੇਸ਼ਵਰ ਦੇ ਨਾਮ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਬਖਸ਼ਿਸ਼ਾਂ ਨੇ, ਪਰ ਉਹ ਤਾਂ ਮਿਲਣਗੀਆਂ ਜੇ ਨਾਮ ਪਦਾਰਥ ਮਿਲੇਗਾ। ਹੁਣ ਦਰਖਤ ਜਿਹੜਾ ਹੈ ਉਹ ਫਲਾਂ ਦੇ ਨਾਲ ਭਰਿਆ ਪਿਆ ਹੈ, ਪਰ ਉਹ ਫਲ ਤਾਂ ਹੀ ਮਿਲੇਗਾ ਜੇ ਉਸ ਦਰਖਤ ਦੇ ਕੋਲ ਜਾਵਾਂਗੇ। ਜਿੰਨੇ ਵੀ ਫਲ ਉਸ ਦਰਖਤ ਨੂੰ ਲੱਗੇ ਹੋਏ ਨੇ ਉਹ ਸਾਰੇ ਫਲ ਉਦੋਂ ਸਾਨੂੰ ਪ੍ਰਾਪਤ ਹੋਣਗੇ ਜਦੋਂ ਅਸੀਂ ਉਸ ਦਰਖਤ ਨਾਲ ਜੁੜਾਂਗੇ। ਜਿੰਨੇ ਵੀ ਸਾਨੂੰ ਫਲ ਚਾਹੀਦੇ ਨੇ ਉਹ ਸਾਰੇ ਪਰਮੇਸ਼ਵਰ ਦੇ ਨਾਮ ਵਿੱਚੋਂ ਮਿਲਣੇ ਆ। ਉਹਦੇ ਲਈ ਸਾਨੂੰ ਨਾਮ ਨਾਲ ਜੁੜਨਾ ਪੈਣਾ ਹੈ। ਹੁਣ ਸਾਨੂੰ ਇਹ ਭਰਮ ਭੁਲੇਖਾ ਪੈ ਗਿਆ ਵੀ ਇਹ ਸੁੱਖ ਫਲਾਣੀ ਥਾਂ ਤੋਂ ਮਿਲਣਾ ਹੈ, ਆਹ ਸੁੱਖ ਫਲਾਣੀ ਥਾਂ ਤੋਂ ਮਿਲਣਾ ਹੈ। ਮਨ ਉਹਨਾਂ ਥਾਵਾਂ ਤੇ ਭਟਕ ਗਿਆ। ਪਰ ਸਾਹਿਬ ਜੀ ਕਹਿੰਦੇ ਨਹੀਂ, ਸਾਰੇ ਦੇ ਸਾਰੇ ਫਲ ਜਿਹੜੇ ਆ ਉਹ ਇੱਕੋ ਹੀ ਥਾਂ ਤੋਂ ਮਿਲਣੇ ਆ। ਤੂੰ ਪਰਮੇਸ਼ਵਰ ਦੇ ਨਾਮ ਨਾਲ ਜੁੜ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾਂ ਕੇ ਵਸ ਹੈ ਕਾਮ ਤੀਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਪਰ ਇਹਨੂੰ ਧਿਆਉਣਾ ਪੈਣਾ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਸਾਰੀਆਂ ਵਸਤੂਆਂ ਪਦਾਰਥ ਪ੍ਰਾਪਤ ਹੋ ਜਾਣਗੇ ਜੇ ਕਿਤੇ ਇੱਕ ਨਾਮ ਦਾ ਪਦਾਰਥ ਮਿਲ ਜਾਏ। ਜਨਮ ਪਦਾਰਥ ਸਫਲ ਹੈ। ਫਿਰ ਇਹ ਜਨਮ ਪਦਾਰਥ ਜਿਹੜਾ ਜਿਹਦੇ ਵਿੱਚ ਅਸੀਂ ਰਸ ਭੋਗਦੇ ਹਾਂ, ਰਸ ਮਾਣਦੇ ਹਾਂ, ਇਹ ਜਨਮ ਵੀ ਜਿਹੜਾ ਹੈ ਇਹ ਵੀ ਕਹਿੰਦੇ ਸਫਲ ਹੋ ਜਾਏਗਾ ਜੇ ਸੱਚਾ ਸ਼ਬਦ ਕਥ। ਜੇ ਕਿਤੇ ਇਸ ਜਨਮ ਦੇ ਵਿੱਚ ਸੱਚਾ ਸ਼ਬਦ ਜਿਹੜਾ ਹੈ ਉਹ ਸਾਨੂੰ ਉਚਾਰਨ ਕਰਨਾ ਆ ਜਾਏ। ਕਥ ਦਾ ਅਰਥ ਹੈ ਕਥਨ ਕਰਨਾ, ਕਥਨ ਦਾ ਅਰਥ ਹੈ ਉਚਾਰਨ ਕਰਨਾ। ਜੇ ਕਿਤੇ ਸਾਨੂੰ ਸੱਚਾ ਸ਼ਬਦ ਉਚਾਰਨ ਕਰਨ ਦੀ ਜਾਚ ਆ ਜਾਏ, ਪੜ੍ਹ ਤੇ ਅਸੀਂ ਰੋਜ਼ ਰਹੇ ਹਾਂ, ਸੁਣ ਵੀ ਅਸੀਂ ਰੋਜ਼ ਰਹੇ ਹਾਂ, ਪਰ ਜਿਸ ਢੰਗ ਦੇ ਨਾਲ ਸੱਜਣ ਨੇ ਸ਼ਬਦ ਸੁਣਿਆ ਤੇ ਉਚਾਰਿਆ, ਜ਼ਿੰਦਗੀ ਬਦਲ ਗਈ, ਸੋਚ ਬਦਲ ਗਈ, ਜੀਵਨ ਬਦਲ ਗਿਆ, ਉਸ ਤਰੀਕੇ ਨਾਲ ਹਜੇ ਸਾਡਾ ਸ਼ਬਦ ਕਥਨ ਨਹੀਂ ਹੋ ਰਿਹਾ। ਜਿਸ ਦਿਨ ਅਸੀਂ ਉਸ ਅਵਸਥਾ ਵਿੱਚ ਸ਼ਬਦ ਨੂੰ ਉਚਾਰਾਂਗੇ, ਸਾਡੇ ਅੰਦਰ ਜੀਵਨ ਬਦਲ ਜਾਏਗਾ, ਸੋਚ ਬਦਲ ਜਾਏਗੀ, ਵਿਚਾਰ ਬਦਲ ਜਾਏਗੀ। ਇਸ ਲਈ ਕਹਿੰਦੇ ਨੇ ਜਦੋਂ ਜੇ ਦਾ ਅਰਥ ਹੈ ਵੀ ਜੇਕਰ ਸੱਚਾ ਸ਼ਬਦ ਤੇਰੇ ਜੀਵਨ ਨਾਲ ਜੁੜ ਜਾਏ ਤੇ ਉਹਦਾ ਤੂੰ ਉਚਾਰਨ ਕਰੇ ਉਸ ਸੱਚੇ ਸ਼ਬਦ ਨਾਲ, ਇਹ ਜਨਮ ਪਦਾਰਥ ਜਿਹੜਾ ਹੈ ਇਹ ਸਫਲ ਹੁੰਦਾ ਹੈ। ਸਾਰੀਆਂ ਵਸਤੂਆਂ ਉਦੋਂ ਪ੍ਰਾਪਤ ਹੁੰਦੀਆਂ ਜਦੋਂ ਨਾਮ ਪਦਾਰਥ ਮਿਲੇ, ਤੇ ਜਨਮ ਪਦਾਰਥ ਉਦੋਂ ਸਫਲ ਹੁੰਦਾ ਹੈ ਜੇ ਸੱਚਾ ਸ਼ਬਦ ਕਿਤੇ ਉਚਾਰਨ ਕਰਨ ਦੀ ਜਾਚ ਆ ਜਾਏ। ਗੁਰ ਤੇ ਮਹਲ ਪ੍ਰਾਪਤੇ, ਜਿਸ ਲਿਖਿਆ ਹੋਵੇ ਮੱਥ। ਮੱਥ ਦਾ ਅਰਥ ਹੈ ਮੱਥੇ ਉੱਪਰ। ਜਿਹਦੇ ਕਹਿੰਦੇ ਨੇ ਲਿਖਿਆ ਤੋਂ ਭਾਵ ਹੈ ਜਿਹਦੇ ਕਰਮ ਦੇ ਵਿੱਚ ਲਿਖਿਆ, ਜਿਹਨਾਂ ਲੇਖ ਵਿੱਚ ਲਿਖਿਆ, ਉਹਨੂੰ ਫਿਰ ਗੁਰੂ ਦੇ ਰਾਹੀਂ ਉਹ ਮਹਿਲ ਪ੍ਰਾਪਤ ਹੋ ਜਾਂਦਾ ਹੈ। ਮਹਿਲ ਕਿਹੜਾ? ਸਰੀਰ ਦਾ ਨਹੀਂ, ਮਹਿਲ ਜੋ ਸਾਡੀ ਜੀਵ ਆਤਮਾ ਦਾ ਹੈ। ਸਰੀਰ ਕਰਕੇ ਤੇ ਬਹਿਰੂਨੀ ਤਲ ਤੇ ਸਾਨੂੰ ਇੱਕ ਨਹੀਂ, ਪਤਾ ਨਹੀਂ ਕਿੰਨੇ ਮਹਿਲ ਮਿਲ ਜਾਣਗੇ, ਭਾਵ ਟਿਕਾਣੇ।
ਜਿੱਥੇ ਅਸੀਂ ਆਪਣੇ ਸਰੀਰ ਨੂੰ ਟਿਕਾ ਸਕਦੇ ਹਾਂ, ਪਰ ਗੱਲ ਤੇ ਸਾਡੇ ਜੀਵ ਆਤਮਾ ਦੀ ਹੈ। ਇਹਨੂੰ ਮਹਲ ਨਹੀਂ ਮਿਲ ਰਿਹਾ, ਇਹਨੂੰ ਟਿਕਾਣਾ ਨਹੀਂ ਮਿਲ ਰਿਹਾ, ਇਹਨੂੰ ਉਹ ਮੰਜ਼ਲ ਨਹੀਂ ਮਿਲ ਰਹੀ। ਸਭ ਕਹਿੰਦੇ ਜਿਹਨੇ ਗੁਰੂ ਦੇ ਹੁਕਮ ਦੇ ਵਿੱਚ ਚੱਲ ਕੇ ਇੱਕ ਨਾਮ ਪਦਾਰਥ ਨੂੰ ਪ੍ਰਾਪਤ ਕਰ ਲਿਆ, ਆਪਣਾ ਮੇਰੇ ਮਨ ਏਕਸ ਸਿਉ ਚਿੱਤ ਲਾਏ, ਜਿਹਨੇ ਆਪਣੇ ਮਨ ਨੂੰ ਇੱਕ ਦੇ ਨਾਲ ਜੋੜ ਲਿਆ, ਸਭ ਕਹਿੰਦੇ ਉਹਨੂੰ ਮਹਿਲ ਦੀ ਪ੍ਰਾਪਤੀ, ਉਹਨੂੰ ਉਹਦੀ ਮੰਜ਼ਲ ਮਿਲ ਗਈ। ਸਾਡੇ ਆਤਮਿਕ ਜੀਵ ਦੀ ਮੰਜ਼ਲ ਕੀ ਹੈ? ਪਰਮੇਸ਼ਵਰ। ਉਹਨੂੰ ਉਹ ਮੰਜ਼ਲ ਪ੍ਰਾਪਤ ਹੋ ਗਈ। ਸਰੀਰ ਕਰਕੇ ਅਸੀਂ ਜੋ ਮਿੱਥ ਲਿਆ ਕਿ ਆਹ ਮੰਜ਼ਲ ਤੇ ਅਸੀਂ ਪਹੁੰਚਣਾ ਹੈ, ਮਿਹਨਤ ਕਰਕੇ ਪਹੁੰਚ ਜਾਂਦੇ ਹਾਂ। ਅਸੀਂ ਇਸ ਮੁਕਾਮ ਤੇ ਪਹੁੰਚਣਾ ਹੈ, ਮਿਹਨਤ ਕਰਕੇ ਪਹੁੰਚ ਜਾਂਦੇ ਹਾਂ, ਪਰ ਬਾਹਰੋਂ ਅਸੀਂ ਆਪਣੇ ਮੁਕਾਮ ਤੇ ਟਿਕਾਣੇ ਤੇ ਪਹੁੰਚ ਗਏ, ਪਰ ਅੰਦਰੋਂ ਤੇ ਅਧੂਰੇ ਆ। ਅੰਦਰ ਤੇ ਹਜੇ ਮਹਲ ਮਿਲਿਆ ਹੀ ਨਹੀਂ। ਉਹ ਕਦੋਂ ਮਿਲੇਗਾ? ਉਹ ਮਿਲੇਗਾ ਗੁਰੂ ਦੇ ਰਾਹੀਂ। ਗੁਰ ਤੇ ਮਹਲ ਪ੍ਰਾਪਤੇ, ਪਰ ਕਿਨਾਂ ਨੂੰ? ਜਿਸ ਲਿਖਿਆ ਹੋਵੇ ਮੱਥ, ਜਿਸ ਦੇ ਮਸਤਕ ਦੇ ਭਾਗ ਚੰਗੇ ਆ। ਜਿਹਦੇ ਮਸਤਕ ਦੇ ਭਾਗ ਜਿਹੜੇ ਨੇ ਉਹ ਚੰਗੇ, ਜੋ ਵੱਡੇ ਭਾਗਾਂ ਵਾਲਾ ਹੈ। ਤੇ ਅਸੀਂ ਗੁਰੂ ਸਾਹਿਬ ਜੀ ਦੇ ਦਰ ਤੇ ਆਉਣਾ ਕਿਸ ਵਾਸਤੇ ਹੈ? ਵੱਡੇ ਭਾਗਾਂ ਵਾਲੇ ਬਣਨ ਵਾਸਤੇ। ਜੋ ਅਸੀਂ ਗੁਰੂ ਦਰ ਤੇ ਆ ਕੇ ਕਰਮ ਕਰਨਾ ਹੈ, ਉਹੀ ਸਾਡਾ ਲਿਖਿਆ ਜਾਣਾ ਹੈ, ਔਰ ਉਸ ਲਿਖੇ ਮੁਤਾਬਕ ਹੀ ਸਾਨੂੰ ਗੁਰੂ ਦੇ ਰਾਹੀਂ ਉਹ ਮਹਲ ਪ੍ਰਾਪਤ ਹੋਣਾ ਹੈ। ਇਸ ਲਈ ਹੇ ਮਨ, ਤੂੰ ਬਹੁਤੀਆਂ ਥਾਵਾਂ ਤੇ ਭਟਕਣ ਦੀ ਬਜਾਏ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨਾਲ, ਸੱਚੇ ਨਾਮ ਨਾਲ ਆਪਣਾ ਚਿੱਤ ਲਗਾਉਣਾ ਕਰ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ। ਜਿਸ ਕੋ ਪੂਰਬ ਲਿਖਿਆ, ਤਿਨ ਸਤਿਗੁਰ ਚਰਨ ਗਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਬਦ ਦੇ ਪਹਿਲੇ ਪਦੇ ਵਿੱਚ ਇੱਕ ਗੱਲ ਸਮਝਾਈ ਕਿ ਗੁਰ ਤੇ ਮਹਲ ਪ੍ਰਾਪਤੇ। ਜਿਸ ਮਹਲ ਤੱਕ, ਟਿਕਾਣੇ ਤੱਕ, ਮੁਕਾਮ ਤੱਕ ਅਸੀਂ ਪਹੁੰਚਣਾ ਚਾਹੁੰਦੇ, ਜੋ ਜਿੱਥੇ ਅਸਲ ਖੁਸ਼ੀਆਂ ਮਿਲਣੀਆਂ ਨੇ, ਜਿਹੜੀਆਂ ਅਸੀਂ ਬਾਹਰ ਦੀਆਂ ਖੁਸ਼ੀਆਂ ਮਾਇਆਵੀ ਪਦਾਰਥਾਂ ਨਾਲ ਮਨਾਉਂਦੇ ਹਾਂ, ਇਹ ਤੇ ਕੁਝ ਸਮੇਂ ਦੀਆਂ ਨੇ, ਇਹ ਕੁਝ ਪਲਾਂ ਵਾਸਤੇ ਨੇ। ਤੇ ਕਈ ਵਾਰ ਆਪਾਂ ਬਾਹਰ ਦੇ ਸੀਨ ਵੇਖਦੇ ਹਾਂ ਕਿ ਖੁਸ਼ੀਆਂ ਜਿਹੜੀਆਂ ਮਨਾ ਰਹੇ ਸੀ, ਉਹਨਾਂ ਨੂੰ ਗਮ ਵਿੱਚ ਬਦਲਦਿਆਂ ਸਮਾਂ ਨਹੀਂ ਲੱਗਾ। ਜਿਹੜੀਆਂ ਬਾਹਰ ਦੀਆਂ ਖੁਸ਼ੀਆਂ ਅਸੀਂ ਮਨਾ ਰਹੇ ਸੀ, ਕੋਈ ਐਸੀ ਘਟਨਾ ਵਾਪਰ ਜਾਂਦੀ ਹੈ, ਕੋਈ ਐਸੀ ਦੁਰਘਟਨਾ ਹੋ ਜਾਂਦੀ ਹੈ ਕਿ ਉਹ ਖੁਸ਼ੀਆਂ ਦਾ ਮਾਹੌਲ ਪਲਾਂ ਦੇ ਵਿੱਚ ਹੀ ਗਮ ਵਿੱਚ ਬਦਲ ਜਾਂਦਾ ਹੈ, ਉਹੀ ਦੁੱਖ ਵਿੱਚ ਬਦਲ ਜਾਂਦਾ ਹੈ। ਇਸ ਲਈ ਉਹ ਅਸਲ ਖੁਸ਼ੀਆਂ ਜਿਹੜੀਆਂ ਅਸੀਂ ਮੰਨਣਾ ਚਾਹੁੰਦੇ ਹਾਂ ਮਨ ਕਰਕੇ, ਉਹ ਗੁਰੂ ਦੇ ਰਾਹੀਂ ਮਿਲਣੀਆਂ ਨੇ। ਗੁਰੂ ਦੇ ਰਾਹੀਂ ਹੀ ਉਸ ਮਹੱਲ ਤੱਕ ਪਹੁੰਚਿਆ ਜਾਣਾ ਹੈ। ਪਰ ਉਹਦੇ ਲਈ ਕੀ ਕਰਨਾ ਪਏਗਾ? ਸਾਨੂੰ ਹੁਕਮ ਮੰਨਣਾ ਪਏਗਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਲ ਪਾਈ ਸੀ। ਗੁਰ ਤੇ ਮਹਲ ਪ੍ਰਾਪਤੇ। ਪਰ ਹੁਕਮ ਮੰਨਣਾ ਪੈਣਾ ਗੁਰੂ ਸਾਹਿਬ ਦਾ। ਤੋ ਗੁਰੂ ਸਾਹਿਬ ਦਾ ਹੁਕਮ ਕੀ ਹੈ? ਮੇਰੇ ਮਨ ਏਕਸ ਸਿਉ ਚਿੱਤ ਲਾਏ। ਤੇ ਅਸੀਂ ਆਖਿਆ ਵੀ ਮਹਾਰਾਜ ਇੰਨੀ ਸੌਖੀ ਗੱਲ ਨਹੀਂ ਹੈ ਵੀ ਮਨ ਇੱਕ ਪਾਸੇ ਕਹਿ ਦਿੱਤਾ ਤੇ ਇਹ ਚਿੱਤ ਧਿਆਨ ਪਰਮੇਸ਼ਵਰ ਦੇ ਨਾਮ ਨਾਲ ਲੱਗ ਗਿਆ। ਇੱਥੇ ਤੇ ਉਮਰਾਂ ਲੰਘ ਜਾਂਦੀਆਂ ਨੇ ਤਾਂ ਨਹੀਂ ਮਨ ਟਿਕਦਾ। ਕਈ ਵਾਰ ਕਈ ਐਸੇ ਪ੍ਰਾਣੀ ਮਿਲਦੇ ਆ, ਕਹਿੰਦੇ ਸਾਨੂੰ ਸਾਰੀ ਜ਼ਿੰਦਗੀ ਹੋ ਗਈ ਬਾਣੀ ਪੜ੍ਹਦੇ ਆ ਪਰ ਸੁੱਖ ਨਹੀਂ ਮਿਲਿਆ। ਸਾਰੀ ਜ਼ਿੰਦਗੀ ਹੋ ਗਈ ਸਾਡੀ ਬਾਣੀ ਪੜ੍ਹਦਿਆਂ ਸੁਣਦਿਆਂ, ਪਰ ਜੋ ਖੁਸ਼ੀਆਂ ਮਿਲਣੀਆਂ ਉਹ ਨਹੀਂ ਮਿਲੀਆਂ। ਭਾਵ ਕਿ ਹਜੇ ਮੇਰੇ ਮਨ ਏਕਸ ਸਿਉ ਚਿੱਤ ਲਾਏ ਵਾਲੀ ਅਵਸਥਾ ਨਹੀਂ ਬਣੀ। ਇਸ ਲਈ ਸਤਿਗੁਰੂ ਜੀ ਜਿਨ੍ਹਾਂ ਤੇ ਉੱਪਰ ਗੁਰੂ ਜੀ ਨੇ ਨਜ਼ਰ ਕੀਤੀ ਆਪਣੀ, ਉਸ ਨਜ਼ਰ ਵਿੱਚ ਜਦੋਂ ਮਨ ਪਰਮੇਸ਼ਵਰ ਦੇ ਨਾਮ ਨਾਲ ਜੁੜਦਾ ਹੈ
ਇਦਾਂ ਲੱਗਦਾ ਜਿਵੇਂ ਲੱਖਾਂ ਖੁਸ਼ੀਆਂ ਝੋਲੀ ਵਿੱਚ ਪੈ ਗਈਆਂ। ਸਤਿਗੁਰੂ ਦੀ ਨਜ਼ਰ ਵਿੱਚ, ਸਤਿਗੁਰੂ ਦੀ ਨਜ਼ਰ ਤੋਂ ਬਾਹਰ ਹੋ ਕੇ ਖੁਸ਼ੀਆਂ ਨਹੀਂ। ਜਦੋਂ ਸਤਿਗੁਰੂ ਦੀ ਨਜ਼ਰ ਹੇਠ ਅਸੀਂ ਆਵਾਂਗੇ ਉਦੋਂ ਇਹ ਖੁਸ਼ੀਆਂ ਸਾਡੇ ਜੀਵਨ ਵਿੱਚ ਨੇ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ, ਕਹਿੰਦੇ ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ। ਕਹਿੰਦੇ ਹੇ ਮਾਈ, ਭਾਵ ਮਨ ਮਤ ਨੂੰ ਕਹਿ ਰਿਹਾ। ਮਾਈ ਕੌਣ ਹੈ? ਮਾਂ। ਮਾਂ ਦਾ ਮਤਲਬ ਮਤ। ਮਨ ਕਹਿੰਦਾ ਇਹ ਮੇਰੀ ਮਤ ਰੂਪੀ ਮਾਏ, ਜਦੋਂ ਮੈਂ ਸਿਮਰਨ ਕਰਦਾ ਨਾ ਬੈਠ ਕੇ ਰੱਬੀ ਬਾਣੀ ਦਾ, ਤੇ ਮੈਨੂੰ ਇਦਾਂ ਲੱਗਦਾ ਜਿਵੇਂ ਕੋਟ ਆਨੰਦ, ਕਰੋੜਾਂ ਆਨੰਦ ਮੈਨੂੰ ਮਿਲ ਰਹੇ ਨੇ, ਕਰੋੜਾਂ ਸੁੱਖ ਮਿਲ ਰਹੇ ਨੇ, ਕਰੋੜਾਂ ਰਾਜ ਭਾਗ ਮੈਂ ਭੋਗ ਰਿਹਾ ਜਦੋਂ ਮੈਂ ਉਸ ਮਾਲਕ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਵਾਂ। ਰਾਤ ਵੀ ਇੱਕ ਜ਼ਿਕਰ ਕੀਤਾ ਰਾਤਰੀ ਦੇ ਦੀਵਾਨ ਵਿੱਚ, ਕੱਲ ਤਕਰੀਬਨ ਜਿੱਥੇ ਮਾਲਕ ਜੀ ਨੇ ਸੇਵਾ ਲਈ, ਇੱਕ ਬੇਨਤੀ ਕੀਤੀ ਕਿ ਜਦੋਂ ਤੁਸੀਂ ਨਿਤਨੇਮ ਦਾ ਗੁਟਕਾ ਸਾਹਿਬ ਖੋਲ ਕੇ ਪਾਠ ਕਰ ਰਹੇ ਹੁੰਦੇ ਹੋ ਨਾ, ਜਾਂ ਸੁਖਮਨੀ ਸਾਹਿਬ ਜੀ ਦਾ ਗੁਟਕਾ ਸਾਹਿਬ ਲੈ ਕੇ ਪਾਠ ਕਰ ਰਹੇ ਹੁੰਦੇ ਹੋ, ਤੇ ਉਦੋਂ ਮਹਿਸੂਸ ਕਰਿਆ ਕਰੋ ਤੁਹਾਡੇ ਹੱਥਾਂ 'ਚ ਕੀ ਹੈ। ਜੇ ਤੁਸੀਂ ਮਹਿਸੂਸ ਕਰ ਲਓਗੇ ਨਾ ਤੁਹਾਡੇ ਹੱਥਾਂ 'ਚ ਕੀ ਹੈ, ਸੱਚ ਜਾਣਿਓ ਇਦਾਂ ਲੱਗੇਗਾ ਜਿਵੇਂ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ, ਹੁਣ ਸਤਿਗੁਰੂ ਨੇ ਨਦਰ ਤਾਂ ਕਰ ਦਿੱਤੀ, ਆ ਬਾਣੀ ਆ ਖਜ਼ਾਨਾ ਤੇ ਦੇ ਦਿੱਤਾ ਸਾਨੂੰ, ਇਸ ਤੋਂ ਵੱਡੀ ਨਦਰ ਹੋਰ ਕੀ ਕਰਨੀ ਹੈ। ਸਾਨੂੰ ਉਸ ਮਾਲਕ ਦੀ ਬਾਣੀ ਦਾ ਖਜ਼ਾਨਾ ਦੇ ਦਿੱਤਾ। ਜਦੋਂ ਅਸੀਂ ਪਾਠ ਕਰਨਾ, ਹੱਥਾਂ 'ਚ ਗੁਟਕਾ ਸਾਹਿਬ ਹੋਵੇ, ਤੇ ਸਮਝ ਲੈਣਾ ਦੋ ਜਹਾਨਾਂ ਦੀਆਂ ਖੁਸ਼ੀਆਂ ਮੇਰੇ ਹੱਥ ਵਿੱਚ ਨੇ। ਜਦੋਂ ਅਸੀਂ ਨਿਤਨੇਮ ਕਰ ਰਹੀ ਹੋਈਏ, ਪਾਠ ਕਰ ਰਹੀਏ ਹੋਈਏ ਗੁਟਕਾ ਸਾਹਿਬ ਤੋਂ, ਇਦਾਂ ਲੱਗੇ ਮੇਰੇ ਹੱਥ ਵਿੱਚ ਦੋ ਜਹਾਨਾਂ ਦਾ ਖਜ਼ਾਨਾ ਆ ਗਿਆ। ਵੀ ਉਹ ਦਾਦੇ ਕਾ ਖੋਲ ਡਿਠਾ ਖਜ਼ਾਨਾ, ਉਹ ਖਜ਼ਾਨਾ ਹੈ ਮੇਰੇ ਹੱਥਾਂ 'ਚ, ਜਿਹਦੇ ਅੱਗੇ ਸਾਰੀ ਦੁਨੀਆ ਦੀ ਦੌਲਤ ਵੀ ਅੱਗੇ ਆ ਕੇ ਕਹਿੰਦੇ ਝੁਕ ਜਾਏ ਤੇ ਤਾਂ ਵੀ ਇਹ ਖਜ਼ਾਨਾ ਖਰੀਦਿਆ ਨਹੀਂ ਜਾ ਸਕਦਾ। ਸਾਰੀ ਦੁਨੀਆ ਦੀ ਦੌਲਤ, ਸਾਰੀ ਦੁਨੀਆ ਦੇ ਹੀਰੇ ਮੋਤੀ ਜਵਾਹਰਾਤ ਸਾਰੇ ਲਿਆ ਕੇ ਅੱਗੇ ਰੱਖ ਦਈਏ ਨਾ, ਤੇ ਉਹ ਜਿਹੜਾ ਖਜ਼ਾਨਾ ਹੱਥਾਂ ਵਿੱਚ ਹੈ ਉਹਨੂੰ ਖਰੀਦਿਆ ਨਹੀਂ ਜਾ ਸਕਦਾ। ਇਹ ਇੰਨਾ ਵੱਡਮੁੱਲਾ ਹੈ। ਇਹ ਕਿਉਂ ਜ਼ਿਕਰ ਕੀਤਾ? ਕਿਉਂਕਿ ਜਦੋਂ ਦੌਲਤਾਂ ਦੇ ਹੱਥ ਵਿੱਚ ਗੁਰੂ ਨਾਨਕ ਸਾਹਿਬ ਆਏ ਨਾ, ਤੇ ਇਹ ਪਹਿਲਾਂ ਕਹਿ ਕੇ ਗਈ ਸੀ ਪਿਤਾ ਕਲਿਆਣ ਦਾਸ ਪਟਵਾਰੀ ਜੀ ਨੂੰ ਕਿ ਪਟਵਾਰੀ ਜੀ ਮੈਂ ਤੁਹਾਨੂੰ ਖੁਸ਼ੀ ਦੀ ਖਬਰ ਸੁਣਾਉਣੀ ਆ, ਤੁਸੀਂ ਮੇਰੀ ਝੋਲੀ 'ਚ ਖੁਸ਼ੀਆਂ ਪਾਉਣੀਆਂ ਨੇ। ਤੇ ਪਟਵਾਰੀ ਜੀ ਪਿਤਾ ਕਲਿਆਣ ਦਾਸ ਜੀ ਨੇ ਆਖਿਆ ਸੀ ਤੂੰ ਖਬਰ ਸੁਣਾ, ਮੈਂ ਤੇਰੀ ਝੋਲੀ 'ਚ ਖੁਸ਼ੀਆਂ ਭਰ ਕੇ ਭੇਜਾਂਗਾ। ਤੇ ਜਦੋਂ ਖਬਰ ਆ ਕੇ ਸੁਣਾਈ, ਕਹਿੰਦੇ ਵੀ ਮਾਲਕ ਨੇ ਕਿਰਪਾ ਕੀਤੀ, ਮੈਨੂੰ ਤੇ ਇਦਾਂ ਲੱਗਦਾ ਰੱਬ ਆ ਗਿਆ ਤੁਹਾਡੇ ਘਰ। ਤੁਹਾਡੇ ਘਰ ਦੇ ਵਿੱਚ ਜਿਹੜਾ ਪੁੱਤਰ ਆਇਆ ਉਹ ਰੱਬ ਹੈ, ਉਹ ਆਪ ਪਰਮੇਸ਼ਵਰ ਹੈ, ਉਹ ਖੁਦਾ ਦਾ ਨੂਰ ਹੈ। ਕਹਿੰਦੇ ਲਿਆ ਫਿਰ ਝੋਲੀ ਅੱਗੇ ਕਰ, ਤੇਰੀ ਝੋਲੀ 'ਚ ਖੁਸ਼ੀਆਂ ਪਾਵਾਂ। ਕਹਿਣ ਲੱਗੀ ਹੁਣ ਕਿਹੜੀ ਖੁਸ਼ੀਆਂ ਤੂੰ ਪਾਏਂਗਾ, ਕਿਉਂਕਿ ਜਿਹੜੇ ਤੇਰੇ ਘਰ ਵਿੱਚ ਪੁੱਤਰ ਆਇਆ ਉਹਨੇ ਮੇਰੇ ਹੱਥਾਂ ਵਿੱਚ ਦੋ ਜਹਾਨਾਂ ਦੀਆਂ ਖੁਸ਼ੀਆਂ ਭਰ ਦਿੱਤੀਆਂ, ਦੋ ਜਹਾਨਾਂ ਦੀ ਦੌਲਤ ਮੇਰੀ ਝੋਲੀ ਵਿੱਚ ਪਾ ਦਿੱਤੀ ਹੈ। ਹੁਣ ਜਿਹੜੀ ਖੁਸ਼ੀਆਂ, ਜਿਹੜੀ ਦੌਲਤ ਮੈਂ ਤੇਰੇ ਪੁੱਤਰ ਕੋਲੋਂ ਲੈ ਕੇ ਆਈਆਂ ਪਿਤਾ ਕਲਿਆਣ ਦਾਸ ਜੀ, ਉਹ ਖੁਸ਼ੀਆਂ ਤੇ ਉਹ ਦੌਲਤ ਤੁਸੀਂ ਮੈਨੂੰ ਦੇ ਹੀ ਨਹੀਂ ਸਕਦੇ। ਮੈਨੂੰ ਉਹ ਖੁਸ਼ੀਆਂ ਮਿਲ ਗਈਆਂ ਅੱਜ ਜਦੋਂ ਮੈਂ ਹੱਥਾਂ ਦੇ ਵਿੱਚ ਤੁਹਾਡੇ ਪੁੱਤਰ ਨੂੰ ਲਿਆ। ਤਾਂ ਹੀ ਆਖਿਆ ਸੀ ਅੱਜ ਜਦੋਂ ਬਾਣੀ ਆਪਾਂ ਹੱਥਾਂ 'ਚ ਗੁਟਕਾ ਸਾਹਿਬ ਲੈਂਦੇ ਆ, ਇਹ ਮਤ ਸਮਝੋ ਵੀ ਇਹ ਗੁਟਕਾ ਸਾਹਿਬ ਹੈ ਤੇ ਇਹਦੇ ਤੇ ਲਿਖੇ ਅੱਖਰ ਹੈ, ਉਹਨੂੰ ਮਹਿਸੂਸ ਕਰੋ ਕਿ ਇਹ ਦੋ ਜਹਾਨਾਂ ਦੀਆਂ ਖੁਸ਼ੀਆਂ ਨੇ ਮੇਰੇ ਹੱਥ ਵਿੱਚ। ਮੇਰੇ ਹੱਥ ਦੇ ਵਿੱਚ ਦੋ ਜਹਾਨਾਂ ਦਾ ਖਜ਼ਾਨਾ ਹੈ ਜਿਹੜਾ ਕਦੇ ਵੀ ਨਾ ਮੁੱਕਣ ਵਾਲਾ, ਤੇ ਉਹ ਖੁਸ਼ੀ, ਉਹ ਆਨੰਦ ਵੱਖਰਾ ਹੀ ਹੋਏਗਾ। ਮਾਈ ਮੇਰੇ ਮਨ ਕੋ ਸੁਖ,
हे मां मैनू सुख बड़ा मिलता है, कोट आनंद राज सुख भुगवै। मैनू लगता जिवें करोड़ां आनंद ते राज ते सुख भोगण नूं मिल गए हर सिमरत जदों मैं उहदे नाम दा सिमरन करदा। मन कह रहा मत नूं मेरे दुख मुक जाते आ उदों। ते जिन्हों तुसीं सारी सृष्टि दा राजा भी बना दिओगे ना, जिहदे कदमां च आ दुनिया दी दौलत आ गई तां सगल सृष्ट को राजा दुखिया। वो सारियां दौलत खजाने दुनिया दे पा के भी तां भी सुखी नहीं होना, उन्होंने खुशियां तां भी नहीं मिलनियां। वो सारी सृष्टि दा भी राजा बन जाए तां भी वो दुखी दा दुखी रहेगा। इसलिए वो खुशियां सानू मिलनियां ने जो सतगुरु दी नदर विच मिलनियां। आपां क्यों आए हैं गुरुद्वारे? गर्मी होवे सर्दी होवे, अत दा जेठ हाड़ दा महीना होवे, पो माघ दी ठंड होवे, असीं कहने नहीं गुरुद्वारा साहब जाना है। क्यों जाना है? क्योंकि सतगुरु दी नदर लेनी है। सतगुरु दी नदर विच जिहड़ियां खुशियां मिलनियां ने वो कितों भी नहीं मिलनियां। धन गुरु अर्जन देव महाराज जी कहते लख खुशियां पातशाहियां। कहते किवें? जे सतगुर नदर करे, जे सतगुरु अपनी नदर कर देवे जां नदर दे हेठ सानू ले आवे ते लखां खुशियां ते पातशाहियां सानू इदां लगेगा जिवें मिल गईयां सतगुरु दी एक रहमत भरी नदर दे नाल। जे सतगुरु जी एक रहमत भरी नज़र नाल साडे वल वेख लैण ते इदां लगेगा जिवें लख खुशियां पातशाहियां, एक खजाना मिल गया। ते सतगुरु ने नज़र किवें करनी है? निमख एक हर नाम दे। सतगुरु जी ने एक निमख एक पल जदों नाम दी बख्शिश करनी है, मेरा मन तन शीतल होए। जदों उस नाम दे विच मेरा मन और तन शीतल हो जाएगा, जदों विकारां दी तपश मुक जाएगी, जदों अंदरों काम क्रोध लोभ मोह अहंकार दी तपश अंदरों खत्म हो जाएगी, मन शीतल हो जाएगा, तो इदां लगेगा जिवें लख खुशियां पातशाहियां। क्योंकि सतगुरु ने नदर विच की करना है? निमख एक हर नाम दे। वो नाम दी बख्शिश देनी है। ते जिन्होंने ये नाम की बख्शिश प्राप्त हो गई है, सब कहते उन्हों का मन भी शीतल, उन्हों का तन भी शीतल। वो क्रोध की अग्नि विच नहीं सड़ते, वो तृष्णा की अग्नि विच नहीं सड़ते, वो विकारां की अग दे विच नहीं सड़ते। उन्हों का मन बिल्कुल शीतल हो जाता है। ते जिन्हों का शीतल होंदा उन्हों उत्ते सतगुरु की नज़र है। ते जिन्हों उत्ते सतगुरु की नज़र है कहन लगे वो लखां खुशियां ते पातशाहियां दा आनंद माणदे ने। पर नाल ये भी गल कह दी, कहंदे जिस कौ पूरब लिखिया। कौ दा अर्थ है नूं। पूरब लिखिया तिन सतगुर चरण गहे, जिस दी नदर विच लखां खुशियां पातशाहियां दा वो सकून वो आनंद मिलना है। जिदे एक थोड़े जे दिते हुए नाम विच मन ते तन ने शीतल होना है, वो किमें मिलेगा? साडे पूरब लिखे हुए कीते हुए कर्म दे अनुसार। इत्थे पूरब दा अर्थ करांगे कीते हुए कर्म दे अनुसार। हुण फल सानू अज मिलना है, पर कल कर्म कीता होएगा तां ही अज फल मिलना है। जे आपां बीज बीजिया होएगा तां ही उन्हें पुंगरना है। जे बीज बीजिया ही कोई नहीं तो पुंगरेगा की? कर्म तो बिना ते फल नहीं मिलता। बीज तो बिना फल नहीं है, कर्म तो बिना फल नहीं है। सब कहते पूरबले कर्म जिहड़े आ वो फलदे ने। वो जदों फलदे ने वो फिर सतगुरु दे चरनां नूं आके ग्रहण करदे आ, चरनां दा आसरा लैंदे आ। वो चरनां विच आके जुड़दे आ। जिहड़े सतगुरु दे चरनां च जुड़दे ने उन्हां उत्ते फिर सतगुरु दी नज़र हुंदी है। चरण गहे, गहे मैंने पकड़ना। वो सतगुरु दे सच्चे गुरु दे चरनां नूं पकड़दे ने जिन्हां दे पूरबले कर्म चंगे ने। भाव अज कर्म समां ते देखो लंघदा जा रहा है। सूई जिवें जिवें अगे चल रही है तिवें तिवें
ਸਮਾਂ ਜਿਹੜਾ ਹੈ ਉਹ ਪਿਛਲਾ ਸਮਾਂ ਪਿੱਛੇ ਹੁੰਦਾ ਜਾ ਰਿਹਾ ਹੈ, ਅਗਲਾ ਸਮਾਂ ਅੱਗੇ ਆਉਂਦਾ ਜਾ ਰਿਹਾ ਹੈ। ਸਾਹਿਬ ਕਹਿੰਦੇ ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਾਛੇ ਦਾ ਅਰਥ ਜੋ ਪਿਛਲੇ ਸਮੇਂ ਵਿੱਚ ਜੁੜਿਆ ਸੀ, ਉਸ ਪਿਛਲੇ ਸਮੇਂ ਵਿੱਚ ਵੀ ਜਿਹੜਾ ਜੁੜਨਾ ਸੀ ਉਹ ਵੀ ਆਨੰਦਮਈ ਸੀ। ਅੱਗੇ ਵੀ ਮੇਰੇ ਮਾਲਕ ਨੇ ਸਮਾਂ ਆਨੰਦਮਈ ਬਣਾਤਾ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੁ ਨਹੀਂ। ਪੂਰਬਲੇ ਦਾ ਅਰਥ ਹੈ ਜੇ ਕੱਲ ਆਪਾਂ ਭਾਵਨਾ ਨਾਲ ਜੁੜੇ, ਜੇ ਕੱਲ ਅਸੀਂ ਭਾਵਨਾ ਨਾਲ ਜੁੜ ਕੇ ਪਿਛਲੇ ਸਮੇਂ ਵਿੱਚ ਜੋ ਕਰਮ ਕਰਕੇ ਜਿੱਦਾਂ ਜੁੜੇ, ਮੇਰੇ ਸਤਿਗੁਰੂ ਦੇ ਚਰਨਾਂ ਵਿੱਚ ਜੁੜਨਾ ਨਸੀਬ ਹੋ ਗਿਆ। ਤੇ ਜਿਨ੍ਹਾਂ ਨੇ ਚਰਨਾਂ ਦਾ ਆਸਰਾ ਲੈ ਲਿਆ ਉਹਨਾਂ ਉੱਤੇ ਸਤਿਗੁਰੂ ਦੀ ਨਜ਼ਰ ਹੋਈ। ਜਿਨ੍ਹਾਂ ਉੱਤੇ ਨਜ਼ਰ ਹੋਈ ਉਹ ਨਾਮ ਦੀਆਂ ਬਖਸ਼ਿਸ਼ਾਂ ਲੈ ਕੇ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਦਾ ਆਨੰਦ ਨਿਤ ਮਾਣਦੇ ਨੇ। ਇਸ ਲਈ ਸਾਨੂੰ ਜੇ ਆਉਣ ਵਾਲੇ ਸਮੇਂ ਵਿੱਚ ਚੰਗਾ ਫਲ ਚਾਹੁੰਦੇ ਆ ਤੇ ਸਾਨੂੰ ਅੱਜ ਚੰਗਾ ਕਰਮ ਕਰਨਾ ਪੈਣਾ ਹੈ। ਜੇ ਚਾਹੁੰਦੇ ਆ ਨਾ ਸਾਡਾ ਕੱਲ ਦਾ ਸਮਾਂ ਚੰਗਾ ਹੋਵੇ, ਪਰ ਸਾਨੂੰ ਇਹ ਵੀ ਮਨ ਹੁਣ ਭਟਕਿਆ ਹੋਇਆ, ਮਨ ਜਾਂਦਾ ਹੈ ਪੁੱਛਣ ਵਾਸਤੇ ਇਨਸਾਨਾਂ ਦੇ ਕੋਲ, ਜੋਤਸ਼ੀਆਂ ਦੇ ਕੋਲ ਵੀ, ਦੱਸੋ ਸਾਡਾ ਕੱਲ ਦਾ ਦਿਨ ਕਿੱਦਾਂ ਦਾ ਹੋਏਗਾ, ਸਾਡਾ ਅੱਜ ਦਾ ਦਿਨ ਕਿੱਦਾਂ ਦਾ ਹੋਏਗਾ। ਉਹ ਵੀ ਕਹਿੰਦੇ ਨੇ ਦਿਨ ਬੜਾ ਮਾੜਾ ਹੈ, ਪਰ ਜੇ ਆਹ ਉਪਾਅ ਕਰ ਲਓਗੇ ਤੇ ਚੰਗਾ ਹੋ ਜਾਏਗਾ। ਜੇ ਸਾਡਾ ਦਿਨ ਮਾੜਾ ਹੈ ਤੇ ਜੇ ਦਾਨ ਪੁੰਨ ਕਰਕੇ, ਜਾਂ ਜਿੱਥੇ ਕੋਈ ਕਹਿੰਦਾ ਫਲਾਣੇ ਦਰਿਆ ਤੇ ਜਾਂ ਫਲਾਣੇ ਰਾਹਾਂ ਤੇ ਜਾ ਕੇ ਆਹ ਕੁਝ ਭੇਟਾ ਕਰਿਆ ਤੇ ਇਦਾਂ ਤੇਰਾ ਦਿਨ ਚੰਗਾ ਹੋ ਜਾਏਗਾ, ਫਿਰ ਤੇ ਕੰਮ ਹੀ ਬੜਾ ਸੌਖਾ ਹੈ। ਗੱਲ ਤੇ ਫਿਰ ਮਾਇਆਵੀ ਖੇਡਾਂ ਨੇ। ਪਰ ਗੁਰਬਾਣੀ ਸਾਨੂੰ ਮਾਇਆਵੀ ਖੇਡ ਤੋਂ ਉੱਪਰ ਉਠਾਉਂਦੀ ਹੈ। ਕਿਤੇ ਇਹ ਜਿਹੜੇ ਮਾਇਆਵੀ ਜੰਜਾਲ ਨੇ ਇਹਦੇ ਵਿੱਚੋਂ ਦੀ ਮਨ ਨਿਕਲ। ਜੇ ਤੂੰ ਚਾਹੁੰਦਾ ਵੀ ਆਉਣ ਵਾਲਾ ਸਮਾਂ ਸੁਖਮਈ, ਆਨੰਦਮਈ, ਖੁਸ਼ੀਆਂ ਨਾਲ ਭਰਿਆ ਹੋਵੇ ਤਾਂ ਤੈਨੂੰ ਅੱਜ ਪਰਮੇਸ਼ਵਰ ਦਾ ਨਾਮ ਜਪਣਾ ਪੈਣਾ ਹੈ। ਤੈਨੂੰ ਅੱਜ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਅੱਜ ਨਾਮ ਦਾ ਬੀਜ ਪਾ, ਸੰਤੋਖ ਦਾ ਸੁਹਾਗਾ ਫੇਰ ਕੇ ਅੰਦਰ ਨਿਮਰਤਾ ਵਾਲਾ ਗੁਣ ਬਣਾ, ਫਿਰ ਆਉਣ ਵਾਲੇ ਸਮੇਂ ਵਿੱਚ ਤੈਨੂੰ ਉਹਦਾ ਫਲ ਮਿਲੇਗਾ। ਇਸ ਲਈ ਸਾਹਿਬ ਜੀ ਕਹਿੰਦੇ ਜਿਸ ਕੋ ਪੂਰਬ ਲਿਖਿਆ, ਤਿੰਨ ਸਤਿਗੁਰ ਚਰਨ ਗਏ। ਕੋਈ ਤਾਂ ਚੰਗਾ ਕੰਮ ਕੀਤਾ ਹੋਏਗਾ ਜੇ ਗੁਰਦੁਆਰਾ ਸਾਹਿਬ ਬੈਠੇ ਆ ਸੰਗਤ ਵਿੱਚ, ਕੋਈ ਤਾਂ ਚੰਗਾ ਬੀਜ ਬੀਜਿਆ ਹੋਏਗਾ ਜੋ ਸਾਨੂੰ ਗੁਰੂ ਚਰਨਾਂ ਵਿੱਚ ਜੁੜਨਾ ਨਸੀਬ ਹੋ ਗਿਆ ਤੇ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਜੁੜੇ ਹਾਂ। ਇਸ ਲਈ ਸਾਹਿਬ ਜੀ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਇੱਕ ਸ਼ਰਤ ਹੈ ਕਿ ਤਾਂ ਤੂੰ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਦਾ ਸਕੂਨ ਲੈ ਸਕਦਾ ਹੈ, ਆਨੰਦ। ਸਤਿਗੁਰ ਨਜ਼ਰ ਕਰੇ, ਜੇ ਸਤਿਗੁਰੂ ਦੀ ਨਜ਼ਰ ਤੇਰੇ ਤੇ ਹੋਵੇ। ਤੇ ਜਿਨ੍ਹਾਂ ਨੇ ਚੰਗਾ ਕਰਮ ਕੀਤਾ ਉਹਨਾਂ ਨੇ ਸਤਿਗੁਰੂ ਦੇ ਚਰਨ ਗਹੇ ਭਾਵ ਪਕੜ ਲਏ, ਚਰਨਾਂ ਦਾ ਆਸਰਾ ਲੈ ਕੇ ਇਹ ਖੁਸ਼ੀਆਂ ਮਾਣੀਆਂ ਹਨ। ਸਫਲ ਮੂਰਤ ਸਫਲਾ ਕੜੀ, ਜਿਤ ਸੱਚੇ ਨਾਲ ਪਿਆਰ। ਦੁਖ ਸੰਤਾਪ ਨਾ ਲੱਗਈ, ਜਿਸ ਹਰ ਕਾ ਨਾਮ ਆਧਾਰ। ਬਾਹਾਂ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਜਦੋਂ ਸਾਡਾ ਸੱਚੇ ਦੇ ਨਾਲ ਪਿਆਰ ਬਣ ਆਵੇ, ਅਸੀਂ ਤੇ ਰੋਜ਼ ਯਤਨ ਕਰ ਰਹੇ ਹਾਂ ਸਤਿਗੁਰੂ ਜੀ ਦੇ ਚਰਨਾਂ ਦਾ ਆਸਰਾ ਲੈ ਕੇ, ਰੋਜ਼ ਯਤਨ ਕਰ ਰਹੇ ਹਾਂ ਕਿ ਸਾਡੀ ਪ੍ਰੀਤ ਉਸ ਮਾਲਕ ਨਾਲ ਬਣ ਆਵੇ। ਰੋਜ਼ ਨਿਤਨੇਮ ਕਿਸ ਲਈ ਹੈ? ਇਸੇ ਲਈ ਹੈ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਵਾਲੀ ਖੇਡ ਸਾਡੀ ਵੀ ਬਣ ਜਾਏ, ਅਸੀਂ ਸੱਚੀ ਪ੍ਰੀਤ ਮਾਲਕ ਨਾਲ ਪਾ ਸਕੀਏ। ਤੇ ਰੋਜ਼ ਦੇਖੋ ਕਿੰਨੀ ਵਾਰ ਆਪਾਂ ਇਹ ਵਿਚਾਰਾਂ ਸਾਂਝੀਆਂ ਕੀਤੀਆਂ ਨੇ। ਇੱਕ ਪੁਰਬ ਕੇਵਲ ਇੱਕ ਦਿਨ ਦਾ ਨਹੀਂ ਵੀ ਚਲੋ ਇੱਕ ਦਿਨ ਸਾਰਾ ਜ਼ੋਰ ਲਾ ਲਿਆ ਹੁਣ ਫਿਰ ਦੇਖਾਂਗੇ ਕਿਤੇ ਸਮਾਂ ਬਣਿਆ, ਨਹੀਂ। ਸਾਡਾ ਨਿਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜਨਾ ਹੈ।
ਨਿਤ ਖੁਸ਼ੀਆਂ ਅਸੀਂ ਲੈਣੀਆਂ ਨੇ ਗੁਰੂ ਸਾਹਿਬ ਦੇ ਜੀਵ ਚਰਨਾਂ ਵਿੱਚ ਜੁੜ ਕੇ। ਸਾਡੇ ਲਈ ਤਾਂ 10 ਪੁਰਬ ਸਦਾ ਦਸਹਰਾ ਜਿਹੜਾ ਉਹ ਨਿਤ ਬਣ ਜਾਏ, ਐਸਾ ਜੁੜਨਾ ਸਾਡਾ ਗੁਰੂ ਸਾਹਿਬ ਜੀ ਨਾਲ ਹੋਵੇ। ਸਤਿਗੁਰੂ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਇਆ ਤੇ ਵਿਚਾਰਾਂ ਬੜੀ ਵਾਰ ਆਪਾਂ ਸਾਂਝੀਆਂ ਕੀਤੀਆਂ। ਰੋਜ਼ ਅਸੀਂ ਇਹੀ ਪੁੱਛਦੇ ਰਹੇ ਕਿ ਮੂੰਹੋਂ ਕਹਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਮਹਾਰਾਜ ਕਹਿੰਦੇ ਸੱਚੇ ਦੀ ਵਡਿਆਈ ਕਰਿਆ ਕਰ, ਰੋਜ਼ ਉਹਦੇ ਨਾਮ ਦਾ ਅਭਿਆਸ ਕਰਿਆ ਕਰ। ਕਰਦੇ 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 ਇੱਕ ਦਿਨ ਉਹਦੇ ਨਾਲ ਸੱਚੀ ਪ੍ਰੀਤ ਬਣ ਆਏਗੀ। ਹੁਣ ਜਿਸ ਦਿਨ ਹੁਣ ਨਿਤਨੇਮ ਕਰਦੇ ਹਾਂ ਤਾਂ 10 ਸਾਲ ਹੋ ਗਏ, 5 ਸਾਲ ਹੋ ਗਏ, ਪਰ ਜਿਸ ਦਿਨ ਜਿਸ ਘੜੀ ਜਿਸ ਪਲ ਤੁਹਾਡੀ ਪ੍ਰੀਤ ਉਹਦੇ ਨਾਲ ਬਣ ਆਏਗੀ, ਉਹ ਪਲ ਉਹ ਘੜੀ ਉਹ ਸਮਾਂ ਮੁਬਾਰਕ ਹੈ। ਅਸੀਂ ਨਿਤ ਦਾ ਨੇਮ ਕਰਨਾ ਰੋਜ਼ ਹੈ, ਇਹ ਸੋਚ ਕੇ ਵੀ ਇੱਕ ਦਿਨ ਉਹ ਬਣ ਜਾਏ ਸਮਾਂ ਜਦੋਂ ਸਾਡੀ ਪ੍ਰੀਤ ਉਹਦੇ ਨਾਲ ਬਣ ਜਾਏ। ਹਜੇ ਤਾਂ ਸਿਰਫ ਪਾਠ ਕਰ ਰਹੇ ਹਾਂ ਨਾ, ਧਿਆਨ ਕਿਤੇ ਹੈ, ਮਨ ਕਿਤੇ ਹੈ, ਧਿਆਨ ਕਿਤੇ ਹੈ। ਹਜੇ ਤੇ ਬਹੁਤਿਆਂ ਤੇ ਆਸ ਅਸੀਂ ਰੱਖ ਕੇ ਬੈਠੇ ਹੋਏ ਹਾਂ, ਪਰ ਜਿਸ ਦਿਨ ਮਹਾਰਾਜ ਕਹਿੰਦੇ ਮੇਰੇ ਮਨ ਏਕਸ ਸਿਉ ਚਿੱਤ ਲਾਏ, ਜਿਸ ਦਿਨ ਇਹ ਖੇਡ ਬਣ ਗਈ ਉਸ ਦਿਨ ਦਾ ਸਮਾਂ ਤੇਰੇ ਲਈ ਮੁਬਾਰਕ ਹੈ, ਉਹ ਦਿਨ ਤੇਰੇ ਵਾਸਤੇ ਮੁਬਾਰਕ ਹੈ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਫਲ ਮੂਰਤ, ਇੱਥੇ ਤੱਤੇ ਨੂੰ ਔਂਕੜ ਹੈ, ਸਿਹਾਰੀ ਨਹੀਂ। ਜੇ ਸਿਹਾਰੀ ਲੱਗ ਜਾਏ ਤਾਂ ਅਕਾਲ ਮੂਰਤ ਆਪਾਂ ਪੜ੍ਹਿਆ, ਉਹਦਾ ਅਰਥ ਬਣ ਜਾਣਾ ਹੈ ਉਹ ਤਸਵੀਰ ਮੂਰਤੀ, ਪਰ ਇੱਥੇ ਆ ਮੂਰਤ ਉਹ ਸਮਾਂ ਜਦੋਂ ਅਸੀਂ ਉਹਦੇ ਨਾਲ ਪ੍ਰੀਤ ਪਾਈ ਹੈ, ਉਹ ਸਮਾਂ ਸਫਲ ਹੈ। ਸਫਲ ਮੂਰਤ ਸਫਲਾ ਘੜੀ, ਆ ਸਮੇਂ ਵਾਲੀ ਜਿਹੜੀ ਘੜੀ ਹੈ, ਜਿਵੇਂ 24 ਜਿਹੜੀ ਮਿੰਟ ਦੀ ਇੱਕ ਘੜੀ ਬਣਦੀ ਹੈ, ਜੋ ਸਮੇਂ ਦੀ ਇੱਕ ਵੰਡ ਕੀਤੀ ਗਈ ਹੈ, 7.5 ਘੜੀਆਂ ਦਾ ਇੱਕ ਪਹਿਰ ਬਣਦਾ ਹੈ। 4 ਪਹਿਰ ਦਿਨ ਹੈ ਤੇ 4 ਪਹਿਰ ਰਾਤ ਹੈ। 3-3 ਘੰਟੇ ਦਾ ਆਪਾਂ ਮੰਨ ਕੇ ਚੱਲੀਏ ਇੱਕ ਪਹਿਰ, ਜਿਹਦੇ ਵਿੱਚੋਂ 7.5 ਘੜੀਆਂ ਦਾ ਇੱਕ ਪਹਿਰ ਤੇ ਇੱਕ ਘੜੀ 24 ਮਿੰਟ ਦੇ ਨੇੜੇ ਆਸ-ਪਾਸ ਬਣਦੀ ਹੈ। ਕਹਿੰਦੇ ਉਹ ਘੜੀ ਵੀ ਜਿਹੜੀ ਹੈ ਉਹ ਸਫਲ ਹੈ, ਉਹ ਸਮਾਂ ਜਿਹੜਾ ਉਹ ਕਹਿੰਦੇ ਵਕਤ ਵੀ ਜਿਹੜਾ ਉਹ ਸਫਲ ਹੈ। ਧੰਨ ਗੁਰੂ ਸਾਹਿਬ ਕਹਿੰਦੇ ਸਫਲ ਮੂਰਤ ਸਫਲਾ ਘੜੀ, ਕਿਹੜੀ ਘੜੀ ਕਿਹੜਾ ਮੂਰਤ, ਭਾਵ ਕਿਹੜਾ ਪਲ ਕਿਹੜਾ ਸਮਾਂ ਮੁਬਾਰਕ ਹੈ। ਜਿਤ ਸੱਚੇ ਨਾਲ ਪਿਆਰ, ਜਿਸ ਸਮੇਂ ਜਿਸ ਘੜੀ ਸਾਡਾ ਸੱਚੇ ਨਾਲ ਪਿਆਰ ਬਣਾਇਆ, ਜਿਸ ਘੜੀ ਜਿਸ ਪਲ ਸਾਡੇ ਸੱਚੇ ਨਾਲ ਪ੍ਰੀਤ ਬਣ ਆਈ। ਕਿ ਮਾਲਕ ਜੀ ਹੁਣ ਐਸੀ ਪ੍ਰੀਤ ਬਣ ਗਈ ਹੈ, ਦੁੱਖ ਹੋਵੇ ਸੁੱਖ ਹੋਵੇ, ਹੁਣ ਕਿਤੇ ਹੋਰ ਧਿਆਨ ਨਹੀਂ ਜਾਣਾ, ਹੁਣ ਕਿਸੇ ਹੋਰ ਪਾਸੇ ਮਨ ਨਹੀਂ ਜਾਏਗਾ, ਸਿਰਫ ਤੁਹਾਡੇ ਚਰਨਾਂ ਵਿੱਚ ਹੈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਮਾਲਕ ਜੀ ਜੇ ਸੁਖ ਦੇ ਤਾਂ ਤੇ ਤੂੰ ਮੈਨੂੰ ਸੁਖ ਦੀ ਦਾਤ ਦੇਂਗਾ ਤਾਂ ਵੀ ਮੈਂ ਤੈਨੂੰ ਧਿਆਉਣਾ ਹੈ, ਜੇ ਤੂੰ ਮੈਨੂੰ ਦੁੱਖ ਦੇਂਗਾ ਤਾਂ ਵੀ ਮੈਂ ਤੈਨੂੰ ਧਿਆਉਣਾ ਹੈ, ਜੇ ਤੂੰ ਭੁੱਖਾ ਰੱਖ ਲੇਂਗਾ ਤਾਂ ਵੀ ਤੈਨੂੰ ਧਿਆਉਣਾ ਹੈ। ਇਹ ਨਹੀਂ ਕਿ ਸੁੱਖ ਵੇਲੇ ਕਿਤੇ ਹੋਰ, ਦੁੱਖ ਵੇਲੇ ਕਿਤੇ ਹੋਰ, ਤੇ ਜੇ ਕਿਤੇ ਭੁੱਖ ਦੀ ਮਾਰ ਪੈ ਗਈ ਤੇ ਕਿਤੇ ਹੋਰ। ਸੱਚੀ ਪ੍ਰੀਤ ਦਾ ਮਤਲਬ ਸੀ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਪੁੱਛੋ, ਉਹ ਕਹਿੰਦੇ ਜਿਸ ਦਿਨ ਮੇਰੀ ਅੰਦਰ ਅਵਸਥਾ ਬਣ ਗਈ ਕਿ ਕਿਸ ਹੀ ਕੋਈ ਕੋਏ ਮੰਝ ਨਮਾਣੀ ਇੱਕ ਤੂੰ, ਜਿਸ ਦਿਨ ਆ ਅਵਸਥਾ ਬਣ ਗਈ ਸਫਲ ਮੂਰਤ ਸਫਲਾ ਘੜੀ, ਮੇਰੇ ਲਈ ਉਹ ਘੜੀ ਸਫਲ ਹੋ ਗਈ, ਮੇਰਾ ਉਹ ਸਮਾਂ ਸਫਲ ਹੋ ਗਿਆ। ਜਦੋਂ ਮੇਰੇ ਅੰਦਰ ਇਹ ਭਾਵਨਾ ਜਿਹੜੀ ਸੀ ਬਣ ਗਈ, ਫਿਰ ਉੱਥੇ ਅਰਦਾਸ ਕੀ ਹੁੰਦੀ ਹੈ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ। ਜਿਸ ਦਿਨ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜੀ ਤੇ ਬਣ ਗਿਆ, ਜਿਸ ਦਿਨ ਸਾਡਾ ਪਿਆਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਣ ਆਇਆ, ਉਸ ਦਿਨ ਮੈਂ ਹੋਰ ਥਾਉ ਨਹੀਂ। ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇਹ ਪ੍ਰੀਤ ਹੈ ਕਿ ਦੁੱਖ ਵੀ ਤੁਹਾਡੇ ਕੋਲ ਤੇ ਸੁੱਖ ਵੀ ਤੁਹਾਡੇ ਕੋਲ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਸਫਲ ਮੂਰਤ ਸਫਲਾ ਘੜੀ, ਉਹ ਘੜੀ ਉਹ ਸਮਾਂ ਪਲ ਸਫਲ ਹੈ।
ਜਿਤ ਸੱਚੇ ਨਾਲ ਪਿਆਰ, ਜਦੋਂ ਸੱਚੇ ਦੇ ਨਾਲ ਸੱਚੀ ਪ੍ਰੀਤ ਬਣ ਆਉਂਦੀ ਹੈ, ਦੁੱਖ ਸੰਤਾਪ ਨ ਲੱਗਈ। ਹਜੇ ਤਾਂ ਅਸੀਂ ਕਹਿੰਦੇ ਹਾਂ ਬਾਣੀ ਬੜੀ ਪੜ੍ਹ ਰਹੇ ਹਾਂ ਪਰ ਦੁੱਖ ਨਹੀਂ ਜਾਂਦਾ। ਹਜੇ ਤੇ ਅਸੀਂ ਕਹਿ ਰਹੇ ਹਾਂ ਵੀ ਬਾਣੀ ਪੜ੍ਹਦੇ ਹਾਂ, ਹਜੇ ਕਲੇਸ਼ ਨਹੀਂ ਮੁੱਕਦਾ। ਸੰਤਾਪ ਜਿਹੜਾ ਤਪਾ ਰਿਹਾ ਸਾਨੂੰ, ਕੌਣ ਤਪਾ ਰਿਹਾ, ਕੌਣ ਦੁਖੀ ਕਰ ਰਿਹਾ? ਕਲੇਸ਼ ਜਿਹੜਾ ਸਾਡਾ। ਸਭ ਕਹਿੰਦੇ ਤੇਰੇ ਜੀਵਨ ਵਿੱਚੋਂ ਦੀ ਇਹ ਕਲੇਸ਼ ਮੁੱਕ ਜਾਏਗਾ। ਤਿੰਨ ਤਾਪ ਜਿਹੜੇ ਤੇਰੇ ਜੀਵਨ ਵਿੱਚੋਂ ਤੈਨੂੰ ਸਤਾਉਂਦੇ ਆ ਉਹ ਨਿਕਲ ਜਾਣਗੇ। ਇਹ ਆਦ ਬਿਆਦ ਉਪਾਦ ਤੋਂ ਤੇਰਾ ਛੁਟਕਾਰਾ ਹੋ ਜਾਏਗਾ। ਤੇਰੇ ਜੀਵਨ ਦੇ ਅੰਦਰ ਇਹ ਤੈਨੂੰ ਕਦੇ ਸਤਾਉਣਗੇ ਹੀ ਨਹੀਂ। ਦੁੱਖ ਸੰਤਾਪ ਨ ਲੱਗਈ, ਜਿਸ ਹਰਿ ਕਾ ਨਾਮ ਆਧਾਰ। ਜਿਸ ਨੇ ਹਰੀ ਦੇ ਨਾਮ ਦਾ ਆਸਰਾ ਆਪਣੇ ਜੀਵਨ ਵਿੱਚ ਬਣਾ ਲਿਆ, ਜਾਂ ਕਹਿ ਲਓ ਕਿ ਇੱਕ ਇੱਕ ਪੰਗਤੀ ਨੂੰ ਆਪਾਂ ਵੱਖ-ਵੱਖ ਰੂਪ 'ਚ ਸਮਝੀਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹਨੂੰ ਨਾਮ ਦਾ ਪਦਾਰਥ ਮਿਲਿਆ ਉਹਨੂੰ ਸਾਰੇ ਪਦਾਰਥ ਮਿਲ ਗਏ, ਸਾਰੀਆਂ ਬਖਸ਼ਿਸ਼ਾਂ ਮਿਲ ਗਈਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹਨੇ ਸ਼ਬਦ ਨੂੰ ਉਚਾਰਨ ਕੀਤਾ ਉਹਦਾ ਜਨਮ ਪਦਾਰਥ ਸਫਲ ਹੋ ਗਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਜਿਹਨੇ ਗੁਰੂ ਦਾ ਆਸਰਾ ਲਿਆ ਉਹਨੂੰ ਮਹਿਲ ਪ੍ਰਾਪਤ ਹੋ ਗਿਆ, ਔਰ ਜਿਹਨੇ ਸਤਿਗੁਰੂ ਦੀ ਨਜ਼ਰ ਲਈ ਉਹਨੂੰ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਦਾ ਸੁੱਖ ਮਿਲ ਗਿਆ। ਕਹਿੰਦੇ ਜਿਹਨੇ ਇੱਕ ਨਿਮਖ ਜਿੰਨਾ ਵੀ ਪਰਮੇਸ਼ਵਰ ਦਾ ਨਾਮ ਆਪਣੇ ਮਨ ਦੇ ਵਿੱਚ ਵਸਾਇਆ ਉਹਦਾ ਮਨ ਤੇ ਤਨ ਸ਼ੀਤਲ ਹੋ ਗਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ ਕਿ ਉਸ ਮੂਰਤ ਉਹ ਘੜੀ ਉਹਨਾਂ ਦੀ ਸਫਲ ਹੋ ਗਈ ਜਦੋਂ ਜਿਸ ਘੜੀ ਜਿਸ ਸਮੇਂ ਉਹਨਾਂ ਦਾ ਸੱਚੇ ਨਾਲ ਪਿਆਰ ਬਣ ਆਇਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਸ ਹਰਿ ਕਾ ਨਾਮ ਆਧਾਰ, ਜਿਹਨੇ ਇੱਕ ਨਾਮ ਦਾ ਆਸਰਾ ਲੈ ਲਿਆ ਉਹ ਨਾਮ ਦਾ ਆਸਰਾ ਲੈਣ ਵਾਲੇ ਨੂੰ ਦੁੱਖ ਸੰਤਾਪ ਨਾ ਲੱਗਈ। ਉਹਨੂੰ ਕਦੇ ਦੁੱਖ ਨਹੀਂ ਆਉਂਦਾ ਤੇ ਹੈ। ਸਮਝਿਓ ਲੱਗਈ, ਲੱਗਈ ਦਾ ਮਤਲਬ ਆਇਆ ਸੀ, ਲੱਗਿਆ ਨਹੀਂ। ਤਪਾਉਣ ਵਾਸਤੇ ਜਿਹੜਾ ਦੁੱਖ ਆਇਆ ਸੀ, ਸਤਾਉਣ ਲਈ ਦੁੱਖ ਆਇਆ ਸੀ ਪਰ ਲੱਗਿਆ ਨਹੀਂ। ਇਹ ਨਹੀਂ ਕਿ ਦੁੱਖ ਨਹੀਂ ਆਇਆ, ਆਇਆ ਸੀ ਪਰ ਲੱਗਾ ਨਹੀਂ, ਮਹਿਸੂਸ ਨਹੀਂ ਹੋਇਆ। ਭਾਈ ਮਤੀ ਦਾਸ ਨੂੰ ਕਿ ਦੁੱਖ ਨਹੀਂ ਆ ਰਿਹਾ, ਭਾਈ ਸਤੀ ਦਾਸ ਨੂੰ ਦੁੱਖ ਨਹੀਂ ਆ ਰਿਹਾ, ਭਾਈ ਦਇਆਲਾ ਜੀ ਨੂੰ ਦੁੱਖ ਨਹੀਂ ਆ ਰਿਹਾ, ਕਿ ਬੰਦ ਕਟਾਉਣ ਵਾਲੇ ਨੂੰ ਦੁੱਖ ਨਹੀਂ ਆ ਰਿਹਾ। ਆ ਰਿਹਾ ਹੈ ਪਰ ਲੱਗ ਨਹੀਂ ਰਿਹਾ। ਕਿਉਂ ਨਹੀਂ ਲੱਗ ਰਿਹਾ? ਤਾਤੀ ਵਾਉ ਨਾ ਲੱਗਈ। ਇੱਥੇ ਵੀ ਗੱਲ ਲੱਗਈ ਦੀ ਕੀਤੀ ਹੈ। ਇਹਦਾ ਮਤਲਬ ਇੱਥੇ ਨਹੀਂ ਕਿ ਵੀ ਨਹੀਂ ਆਏਗਾ, ਆਏਗਾ ਪਰ ਤੈਨੂੰ ਲੱਗੇਗਾ ਨਹੀਂ, ਤੈਨੂੰ ਛੂਏਗਾ ਨਹੀਂ, ਤੈਨੂੰ ਸਤਾਏਗਾ ਨਹੀਂ, ਤੈਨੂੰ ਪਰੇਸ਼ਾਨ ਨਹੀਂ ਕਰੇਗਾ। ਆਏਗਾ ਪਰ ਤਨ ਤੋਂ ਜਿਹੜਾ ਉਹ ਛੂ ਕੇ ਮੁੜ ਜਾਏਗਾ, ਤੇਰੇ ਮਨ ਨੂੰ ਪਰੇਸ਼ਾਨ ਨਹੀਂ ਕਰੇਗਾ। ਹੁਣ ਜੇ ਆਪਾਂ ਇਹ ਸ਼ਹਾਦਤ ਵੇਖੀਏ, ਕਿੰਨੀ ਵਾਰ ਵੀ ਆਪਾਂ ਵਿਚਾਰ ਚੁੱਕੇ ਹਾਂ ਕਿ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਚੱਲਦਾ ਪਿਆ, 2 ਫਾੜ ਸਰੀਰ ਹੋ ਗਿਆ, ਕਿੰਨਾ ਦੁੱਖ ਹੈ, ਕਿੰਨੀ ਪੀੜਾ ਹੈ, ਪਰ ਲੱਗਦੀ ਕੋਈ ਨਹੀਂ ਪਈ। ਸਾਨੂੰ ਮਾੜਾ ਜਿਹਾ ਉਂਗਲ ਤੇ ਚੀਰਾ ਦੇ ਕੇ ਵੇਖੋ ਤੇ ਕਿੰਨੀ ਪੀੜਾ ਹੁੰਦੀ ਹੈ। ਸਾਨੂੰ ਉਹ ਪੀੜਾ ਲੱਗ ਰਹੀ ਹੈ, ਮਹਿਸੂਸ ਹੋ ਰਹੀ ਹੈ, ਪਰ ਜਿਹਦੇ ਸਿਰ ਤੇ ਆਰਾ ਚੱਲਦਾ ਪਿਆ, 2 ਫਾੜ ਹੋ ਰਹੇ ਆ ਸਰੀਰ, ਉਹਨੂੰ ਉਹ ਪੀੜਾ, ਉਹ ਦਰਦ ਮਹਿਸੂਸ ਨਹੀਂ ਹੋ ਰਹੀ। ਕਿਉਂ ਨਹੀਂ ਹੋ ਰਹੀ? ਕਿ ਉਹਦਾ ਸੱਚੇ ਨਾਲ ਪਿਆਰ ਬਣ ਗਿਆ। ਉਹਨੇ ਨਾਮ ਦਾ ਆਸਰਾ ਲਿਆ ਹੋਇਆ ਹੈ। ਉਸ ਨਾਮ ਦਾ ਆਸਰਾ ਜਿਹਦੇ ਨਾਲ ਉਹ ਡੋਲ ਨਹੀਂ ਰਿਹਾ, ਘਬਰਾ ਨਹੀਂ ਰਿਹਾ। ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ, ਚਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਅਸੀਂ ਤੇ ਸਿਰਫ ਪੜ੍ਹਦੇ ਆ ਨਾ, ਅਸਲ ਵਿੱਚ ਇਹ ਸ਼ਬਦ ਹੈ ਹੀ ਭਾਈ ਮਤੀ ਦਾਸ ਵਾਸਤੇ। ਅਸਲ ਵਿੱਚ ਇਹ ਸ਼ਬਦ ਨੂੰ ਕਮਾ ਕੇ ਭਾਈ ਸਤੀ ਦਾਸ, ਭਾਈ ਦਇਆਲਾ ਜੀ ਦਿਖਾਉਂਦੇ ਪਏ ਆ। ਅਸਲ ਵਿੱਚ ਇਹ ਜਿਨ੍ਹਾਂ ਨੇ ਸ਼ਹਾਦਤ, ਜਿਹੜੇ ਨੇ ਚਰਖੜੀਆਂ ਤੇ ਚੜੇ ਨੇ, ਉਹ ਤਿੱਖੇ ਤਿੱਖੇ ਸੂਹੇ ਵਿੱਚੋਂ ਖੁੱਭ ਕੇ ਤੇ ਆਂਦਰਾਂ ਨੂੰ ਬਾਹਰ ਕੱਢ ਕੇ ਲਿਆਉਂਦੇ ਆ। ਅਸਲ ਵਿੱਚ ਇਹ ਸ਼ਬਦ ਢੁਕਦਾ ਹੀ ਉਹਨਾਂ ਦੇ ਉੱਤੇ ਪਿਆ ਹੈ। ਅਸੀਂ ਤੇ ਸਿਰਫ ਪੜ੍ਹ ਰਹੇ ਆ ਨਾ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਜਿਸ ਹਰਿ ਕਾ ਨਾਮ ਆਧਾਰ, ਜਿਹਨੇ ਸੱਚੇ ਨਾਮ ਦਾ ਆਸਰਾ ਲਿਆ। ਦੁੱਖ ਆਇਆ ਸੀ ਪਰ ਉਹਨੂੰ ਸਤਾਇਆ ਨਹੀਂ, ਦੁੱਖ ਆਇਆ ਸੀ ਪਰ ਉਹਨੂੰ ਸਤਾਉਂਦਾ ਨਹੀਂ ਹੈ।
ਕਦੇ ਉਹਨੂੰ ਪਰੇਸ਼ਾਨ ਨਹੀਂ ਕਰਦਾ ਜਿਹੜਾ ਸੱਚੇ ਨਾਮ ਦਾ ਆਸਰਾ ਲੈਂਦਾ ਹੈ। ਕਿਉਂ? ਬਾਹਾਂ ਪਕੜ ਗੁਰ ਕਾਢਿਆ। ਕਿਉਂਕਿ ਜਿਸ ਗੁਰੂ ਦੇ ਚਰਨਾਂ ਦਾ ਆਸਰਾ ਲਿਆ ਸੀ, ਉਸ ਗੁਰੂ ਨੇ ਉਸ ਦੁੱਖ ਵਿੱਚੋਂ ਦੀ, ਉਸ ਵਿਕਾਰਾਂ ਦੇ ਵਿੱਚੋਂ ਦੀ, ਕਹਿੰਦੇ ਉਹ ਜਿਹੜੇ 3 ਤਾਪ ਸੀ, 3 ਰੋਗ ਸਨ, ਉਹਨਾਂ ਵਿੱਚੋਂ ਦੀ ਭਾਵ 3 ਗੁਣਾ, ਰਜ ਗੁਣ, ਤਮ ਗੁਣ, ਸਤ ਗੁਣ, ਇਹਦੇ ਵਿੱਚੋਂ ਦੀ ਸਤਿਗੁਰੂ ਨੇ ਬਾਂਹ ਪਕੜ ਕੇ ਕੱਢ ਲਿਆ, ਤੇ ਜਿਹਨੂੰ ਕੱਢਿਆ ਸੋਈ ਉਤਰਿਆ ਪਾਰ। ਉਹੀ ਇਸ ਭਵਜਲ ਵਿੱਚੋਂ ਦੀ ਪਾਰ ਹੋ ਸਕਿਆ। ਅਸੀਂ ਤੇ ਹਜੇ ਅਰਦਾਸ ਕਰ ਰਹੇ ਹਾਂ ਕਿ ਭਵਜਲ ਵਿੱਚ ਹਾਂ, ਇੱਕ ਖੂਹ ਵਿੱਚ ਡਿੱਗੇ ਹੋਏ ਹਾਂ, ਤੇ ਤੁਸੀਂ ਕਿਰਪਾ ਕਰੋ ਆਪਣਾ ਹੱਥ ਦੇ ਕੇ ਸਾਨੂੰ ਕੱਢ ਲਓ, ਜਿਵੇਂ ਭਾਈ ਮੰਝ ਨੂੰ ਕੱਢਿਆ ਸੀ। ਭਾਈ ਮੰਝ ਡਿੱਗਾ ਹੈ ਪਰ ਧਿਆਨ ਗੁਰੂ ਵੱਲ ਹੈ। ਮੇਰੇ ਮਨ ਏਕਸ ਸਿਉ ਚਿਤ ਲਾਏ, ਚਿੱਤ ਇੱਕ ਨਾਲ ਜੁੜਿਆ ਹੋਇਆ ਹੈ, ਪਰਵਾਹ ਕੋਈ ਨਹੀਂ ਕੀਤੀ, ਕਿਉਂਕਿ ਪਤਾ ਹੈ ਵੀ ਚਿੱਤ ਜਿਹਦੇ ਨਾਲ ਜੁੜਿਆ ਉਹਨੇ ਆਪੇ ਕੱਢ ਲੈਣਾ ਆ ਕੇ। ਭਰੋਸਾ ਸੀ ਨਾ, ਤੇ ਜਦੋਂ ਭਰੋਸਾ ਸੀ ਤੇ ਗੁਰੂ ਸਾਹਿਬ ਨੇ ਆਪ ਬਾਂਹ ਅੱਗੇ ਕਰਕੇ ਰੱਸਾ ਲਮਕਾ ਕੇ ਆਖਿਆ, ਭਾਈ ਮੰਝ ਇਸ ਖੂਹ ਵਿੱਚੋਂ ਨਿਕਲ ਆ। ਕਹਿੰਦੇ ਨੇ ਅਸਲ 'ਚ ਉਹ ਖੂਹ 'ਚੋਂ ਨਹੀਂ ਸੀ ਕੱਢਿਆ, ਇਸ ਭਵਜਲ ਰੂਪੀ, ਇਸ ਮਾਇਆ ਰੂਪੀ 3 ਗੁਣ ਦੇ ਖੂਹ ਵਿੱਚੋਂ ਭਾਈ ਮੰਝ ਨੂੰ ਕੱਢ ਲਿਆ। ਸਾਡੀ ਹਜੇ ਅਰਦਾਸ ਹੈ, ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਧਾਰ ਅੰਧ ਕੂਪ। ਅਸੀਂ ਉਸ ਅੰਧੇ ਖੂਹ ਵਿੱਚ ਡਿੱਗੇ ਹੋਏ ਹਾਂ। ਇਹ ਵੀ ਕੱਲ ਬੇਨਤੀਆਂ ਕੀਤੀਆਂ ਕਿ ਅਸੀਂ ਬਚਨ ਤਾਂ ਬੜਾ ਪੜਿਆ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਆਪਣੇ ਆਪਣੇ ਅੰਦਰ ਝਾਤੀ ਮਾਰੋ ਕਿ ਸਤਿਗੁਰੂ ਪ੍ਰਗਟ ਹੋ ਗਏ। ਅਸਲ ਵਿੱਚ ਭਾਈ ਗੁਰਦਾਸ ਜੀ ਕਹਿਣਾ ਕੀ ਚਾਹੁੰਦੇ ਆ? ਉਹ ਕਹਿੰਦੇ ਜਿਹਦੇ ਜਿਹਦੇ ਅੰਦਰ ਸਤਿਗੁਰ ਸੱਚਾ ਗਿਆਨ ਨਾਨਕ ਜੀ ਨੇ ਪ੍ਰਗਟ ਕਰ ਦਿੱਤਾ, ਉਹਦੇ ਅੰਦਰੋਂ ਦੀ ਧੁੰਦ ਜਿਹੜੀ ਸੀ, ਮਿੱਟੀ ਜਿਹੜੀ ਸੀ, ਧੁੰਦ ਜਿਹੜੀ ਸੀ ਵਿਕਾਰਾਂ ਦੀ, ਉਹ ਹਟ ਗਈ, ਉਹਦੇ ਅੰਦਰ ਚਾਨਣ ਪ੍ਰਕਾਸ਼ ਹੋ ਗਿਆ। ਤੇ ਜੇ ਉੱਠ ਕੇ ਬੰਦਾ ਫਿਰ ਅੱਜ ਦਰਖਤ ਅੱਗੇ ਹੀ ਖਲੋਤਾ ਹੈ, ਉੱਠ ਕੇ ਫਿਰ ਉਹ ਦੀਵੇ ਹੀ ਬਾਹਰ ਦਰਖਤਾਂ ਤੇ ਬਾਲੇਗਾ, ਤੇ ਉੱਠਦਿਆਂ ਸਾਰ ਕਹਿੰਦਾ ਫਲਾਣੇ ਦਰਿਆ ਤੇ ਜਾ ਕੇ ਮੈਨੂੰ ਕਿਹਾ ਸੀ ਆਹ ਚੀਜ਼ਾਂ ਰੱਖ ਕੇ ਆਉਣੀਆਂ ਨੇ, ਜਾਂ ਪੂਰਬ ਤੇ ਪੱਛਮ ਵਾਲੇ ਪਾਸੇ ਨੂੰ ਹੀ ਮੁੱਖ ਕਰਨਾ ਹੈ, ਤੇ ਹਜੇ ਕਿੱਥੇ ਪ੍ਰਗਟ ਹੋਇਆ? ਹਜੇ ਤੇ ਅੰਦਰ ਉਹ ਵਿਕਾਰਾਂ ਦੀ ਧੁੰਦ ਪਈ ਹੋਈ ਹੈ, ਹਜੇ ਚਾਨਣ ਨਹੀਂ ਹੋਇਆ, ਹਜੇ ਤੇ ਅਗਿਆਨਤਾ ਦਾ ਹਨੇਰਾ ਹੋਇਆ ਹੈ। ਇਸ ਲਈ ਅਰਦਾਸ ਇਹ ਸੀ ਕਿ ਮਾਲਕ ਜੀ 552ਵਾਂ ਪੁਰਬ ਤੁਹਾਡਾ ਅਸੀਂ ਮਨਾ ਰਹੇ ਹਾਂ, ਇਸ ਵਾਰ ਕਿਰਪਾ ਕਰ ਦਿਓ ਕਿਤੇ ਅੰਦਰ ਚਾਨਣ ਹੋ ਜਾਏ, ਇਸ ਵਾਰ ਕਿਰਪਾ ਕਰ ਦਿਓ ਕਿਤੇ ਅੰਦਰ ਸਤਿਗੁਰ ਪ੍ਰਗਟ ਹੋ ਜਾਏ। ਤੇ ਸਤਿਗੁਰ ਪ੍ਰਗਟ ਹੋ ਜਾਏ ਤੇ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਸਦਾ ਲਈ ਮੁੱਕ ਜਾਏ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚੱਲਹਿ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇਂ ਆਪਨ ਪਾਲੀ। ਸਾਨੂੰ ਕੱਢ ਲਓ ਆਪਣੇ ਗਿਆਨ ਦਾ ਪੱਲਾ ਪਕੜਾ ਕੇ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਅਸੀਂ ਉਸ ਅੰਧੇ ਖੂਹ ਵਿੱਚ ਡਿੱਗੇ ਹੋਏ ਹਾਂ ਜਿੱਥੇ ਹਨੇਰੇ ਤੋਂ ਸਿਵਾ ਹੈ ਹੀ ਕੁਛ ਨਹੀਂ। ਪਰ ਤੁਸੀਂ ਕਿਰਪਾ ਕਰੋ ਸਾਨੂੰ ਬਾਂਹ ਪਕੜ ਕੇ, ਸਾਡੀ ਆਪਣੇ ਅੱਗੇ ਹੱਥ ਦੇ ਕੇ, ਸਾਡੀ ਬਾਂਹ ਪਕੜ ਕੇ ਸਾਨੂੰ ਇਸ ਅੰਧੇ ਖੂਹ ਵਿੱਚੋਂ ਕੱਢ ਲਓ। ਫਿਰ ਕਿਰਪਾ ਹੋਈ, ਬਾਹਾਂ ਪਕੜ ਗੁਰ ਕਾਢਿਆ। ਕਿਹਨਾਂ ਨੂੰ ਕੱਢਿਆ? ਸਭ ਕਹਿੰਦੇ ਨੇ ਸਤਿਗੁਰ ਚਰਨ ਗਹੇ, ਜਿਨੇ ਸੱਚੇ ਗੁਰੂ ਦੇ ਚਰਨਾਂ ਨੂੰ ਪਕੜਿਆ ਹੈ ਭਰੋਸੇ ਦੇ ਨਾਲ, ਉਹਨਾਂ ਨੂੰ ਫਿਰ ਗੁਰੂ ਨੇ ਬਾਹਾਂ ਦੇ ਕੇ ਕੱਢ ਲਿਆ। ਤੇ ਜਿਹਨੂੰ ਕੱਢਿਆ ਸੋਈ ਉਤਰਿਆ ਪਾਰ। ਜਿਹੜਾ ਕਹਿੰਦੇ ਇਸ 3 ਗੁਣੀ ਮਾਇਆ ਤੋਂ ਪਾਰ ਉਤਰ ਗਿਆ, 3 ਗੁਣੀ ਮਾਇਆ ਤੋਂ ਬਾਹਰ ਨਿਕਲ ਆਇਆ, ਦੁੱਖ ਸੰਤਾਪ ਨਾ ਲੱਗਈ। ਉਹਨੂੰ ਫਿਰ ਇਹ ਦੁੱਖ ਨਹੀਂ ਸਤਾਉਂਦਾ, ਉਹਨੂੰ ਫਿਰ ਇਹ ਰੋਗ ਨਹੀਂ ਸਤਾਉਂਦੇ, ਇਹ ਕਲ ਕਲੇਸ਼ ਉਹਨੂੰ ਨਹੀਂ ਸਤਾਉਂਦੇ। ਉਹ ਫਿਰ ਅੰਦਰੋਂ ਮਨ ਆਨੰਦ ਵਿੱਚ ਰਹਿੰਦਾ ਹੈ, ਉਹ ਮਨ ਹਮੇਸ਼ਾ ਖੁਸ਼ੀਆਂ ਦੇ ਵਿੱਚ ਖਿੜਿਆ ਰਹਿੰਦਾ ਹੈ। ਜਿਵੇਂ ਨਾਨਕ ਭਗਤਾਂ ਸਦਾ ਵਿਗਾਸ, ਇਸੇ ਤਰ੍ਹਾਂ ਜਿਹਨੂੰ ਗੁਰੂ ਨੇ ਬਾਂਹ ਦੇ ਕੇ
ਹੱਥ ਅੱਗੇ ਕਰਕੇ ਉਹਨੂੰ ਪਕੜ ਕੇ ਕੱਢ ਲਿਆ ਤ੍ਰੈ ਗੁਣੀ ਤੋਂ ਮਾਇਆ ਦੇ ਵਿੱਚੋਂ, ਉਹ ਸਦਾ ਫਿਰ ਆਨੰਦ ਵਿੱਚ ਰਹਿੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਇਹ ਗੱਲ ਸਾਨੂੰ ਸਮਝਾਉਂਦੇ ਹਨ। ਥਾਨ ਸੁਹਾਵਾ ਪਵਿੱਤ ਹੈ, ਜਿੱਥੈ ਸੰਤ ਸਭਾ ਢੋਈ ਤੇ ਸਹੀ ਨੋ ਮਿਲੈ, ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਘਰ ਤਹਾਂ, ਜਿਥੈ ਮਿਰਤ ਨਾ ਜਨਮ ਜ਼ਰਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਚੌਥੇ ਪਦੇ ਅੰਦਰ ਕਿਰਪਾ ਕਰਦੇ ਨੇ। ਉਹ ਥਾਂ ਬੜਾ ਹੀ ਸੁਹਾਵਣਾ ਹੈ, ਉਹ ਬੜਾ ਹੀ ਅਤ ਸੁੰਦਰ ਥਾਂ ਜਿਹੜਾ ਉਹ ਹੋ ਜਾਂਦਾ ਹੈ, ਉਹ ਬੜਾ ਪਵਿੱਤਰ ਹੋ ਜਾਂਦਾ ਹੈ। ਜਿੱਥੈ ਸੰਤ ਸਭਾ, ਜਿੱਥੇ ਕਹਿਣ ਲੱਗੇ ਇਹ ਦੋ ਵਿਚਾਰਾਂ ਸਮਝਣਾ, ਇੱਕ ਤੇ ਆਹ ਸੰਤ ਸਭਾ ਹੈ ਜਿੱਥੇ ਆਪਾਂ ਬੈਠ ਕੇ ਗੁਰੂ ਦੇ ਰਾਹੀਂ ਸੱਚੇ ਨਾਮ ਦੇ ਨਾਲ ਜੁੜਨਾ ਹੈ। ਇਹ ਥਾਂ ਬੜਾ ਹੀ ਸੁਹਾਵਣਾ ਤੇ ਬੜਾ ਹੀ ਪਵਿੱਤਰ ਥਾਂ ਹੈ। ਤਾਂ ਹੀ ਆਖਿਆ ਸੀ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਮਹਾਰਾਜ ਕਹਿੰਦੇ ਜੇ ਆਹ ਸੰਗਤ ਵਿੱਚ ਆਓਗੇ, ਇਹ ਥਾਂ ਇੰਨਾ ਸੁਹਾਵਣਾ ਇੰਨਾ ਪਵਿੱਤਰ ਹੈ, ਜੇ ਕਿਤੇ ਇੱਥੇ ਆ ਕੇ ਤੁਹਾਨੂੰ ਟਿਕ ਕੇ ਜੁੜਨਾ ਆ ਜਾਏ ਤਾਂ ਸੱਚ ਜਾਣਿਓ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇੱਥੋਂ ਫਿਰ ਅਗਾਂਹ ਤਰਿਆ ਜਾਣਾ ਭਵਜਲ ਚੋਂ। ਇੱਥੇ ਆ ਕੇ ਹੀ ਗੁਰੂ ਸਾਹਿਬ ਦਾ ਆਸਰਾ ਲੈ ਕੇ ਭਵਜਲ ਚੋਂ ਤਰਿਆ ਜਾਣਾ, ਗੁਰੂ ਤੋਂ ਬਿਨਾਂ ਨਹੀਂ। ਦੂਸਰੀ ਵਿਚਾਰ, ਸੰਤ ਦਾ ਅਰਥ ਹੁੰਦਾ ਸ਼ਾਂਤ ਮਨ। ਅਸੀਂ ਸਰੀਰ ਕਰਕੇ ਤੇ ਬੜੇ ਸ਼ਾਂਤ ਆ, ਸਰੀਰ ਕਰਕੇ ਤਾਂ ਮੌਨ ਵੀ ਧਾਰ ਲਿਆ, ਬੰਦਾ ਹਿਲਦਾ ਜੁਲਦਾ ਹੀ ਕੋਈ ਨਹੀਂ, ਐਸੀ ਸਮਾਧੀ ਲਾ ਕੇ ਬਹਿ ਜਾਂਦਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਮੈਂ ਇਹਨੂੰ ਸੰਤ ਸਭਾ ਨਹੀਂ ਮੰਨਦਾ। ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ। ਲਗਾਤਾਰ ਮੌਨ ਧਾਰ ਕੇ ਬੈਠਾ ਹੋਇਆ ਹੈ, ਸਰੀਰ ਨੂੰ ਅਡੋਲ ਰੱਖ ਕੇ ਬੈਠਾ, ਹਿਲਦਾ ਹੀ ਕੋਈ ਨਹੀਂ ਪਿਆ ਸਰੀਰ। ਮਹਾਰਾਜ ਕਹਿੰਦੇ ਸਰੀਰ ਨਹੀਂ ਹਿਲਦਾ, ਮਨ ਤੇ ਅੰਦਰ ਚੰਚਲ ਹੈ ਨਾ। ਮਨ ਤੇ ਪਤਾ ਨਹੀਂ ਕਿੰਨੀ ਹਿਲ ਜੁਲ ਅੰਦਰ ਕਰੀ ਬੈਠਾ ਹੈ। ਮਨ ਕਿਤੇ ਦਾ ਕਿਤੇ ਪਹੁੰਚ ਕੇ ਫਿਰ ਆ ਜਾਂਦਾ ਵਾਪਸ। ਤਨ ਭਾਵੇਂ ਟਿਕਿਆ ਪਰ ਮਨ ਨਹੀਂ ਨਾ ਟਿਕਿਆ। ਜੇ ਮਨ ਨਹੀਂ ਟਿਕਿਆ ਤੇ ਫਿਰ ਅੰਦਰ ਸੰਤ ਸਭਾ ਨਹੀਂ ਬਣੀ ਹਜੇ। ਅੰਦਰ ਹਜੇ ਹੁਣ ਸਭਾ ਦਾ ਅਰਥ ਜਿੱਥੇ ਅਸੀਂ ਰਲ ਮਿਲ ਕੇ ਬੈਠਣਾ, ਤੇ ਮਨ ਨੇ ਕਿਹਦੇ ਨਾਲ ਬੈਠਣਾ? ਕਰਮ ਇੰਦਰੇ ਤੇ ਗਿਆਨ ਇੰਦਰੇ ਨਾਲ। ਮਨ ਨੇ ਕਿਹਦੀ ਸਭਾ 'ਚ ਬਹਿਣਾ? ਆ ਚਿੱਤ ਦੇ ਨਾਲ। ਇਹ ਇੱਕ ਸਭਾ ਹੈ ਅੰਦਰ ਦੀ, ਆ ਤੇ ਬਾਹਰ ਦੀ ਸਭਾ ਨਾ। ਜਾਂ ਇਦਾਂ ਕਹਿ ਲਓ ਜੇ ਆਹ ਵਾਲੀ ਸਭਾ 'ਚ ਬੈਠਣਾ ਆ ਗਿਆ ਤੇ ਅੰਦਰ ਦੀ ਵੀ ਸੰਤ ਸਭਾ ਬਣ ਗਈ। ਜੇ ਆਹ ਸੰਤ ਸਭਾ 'ਚ ਨਹੀਂ ਬੈਠਣਾ ਆਇਆ ਤੇ ਅੰਦਰ ਦੀ ਵੀ ਖੇਡ ਕੋਈ ਨਹੀਂ ਬਣਨੀ। ਜੇ ਸਾਨੂੰ ਹਜੇ ਤੱਕ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਸਮਝ ਨਹੀਂ ਆਈ ਤੇ ਅੰਦਰ ਦੇ ਸੱਚਖੰਡ ਦੀ ਸਮਝ ਕਿਵੇਂ ਆ ਜਾਏਗੀ? ਜੇ ਸਾਨੂੰ ਹਜੇ 4 ਦਰਵਾਜ਼ੇ ਤੇ ਇੱਕ ਰਸਤੇ ਦੀ ਸਮਝ ਨਹੀਂ ਆਈ ਤੇ ਫਿਰ ਅਸੀਂ ਅੰਦਰ ਸੱਚਖੰਡ ਵਸੇ ਨਿਰੰਕਾਰ ਕਿਵੇਂ ਬਣਾ ਲਾਂਗੇ? ਘਰ ਘਰ ਅੰਦਰ ਧਰਮਸਾਲ ਕਿਵੇਂ ਬਣਾ ਲਾਂਗੇ? ਇਸ ਲਈ ਪਹਿਲਾਂ ਸਾਨੂੰ ਸਮਝਣਾ ਪਏਗਾ ਵੀ ਅਸੀਂ ਜਿਹੜੀ ਸਤ ਸੰਗਤ ਵਿੱਚ ਆਏ ਆ, ਇਹ ਥਾਂ ਬੜੀ ਸੁਹਾਵਣੀ ਤੇ ਬੜੀ ਪਵਿੱਤਰ ਹੈ। ਇੱਥੇ ਸਤ ਸੰਗਤ ਦੇ ਵਿੱਚ ਬੈਠ ਕੇ ਹੀ ਅਸੀਂ ਗੁਰੂ ਦੇ ਕੋਲੋਂ ਗਿਆਨ ਲੈਣਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਥਾਨ ਸੁਹਾਵਾ ਪਵਿੱਤ ਹੈ, ਜਿੱਥੈ ਸੰਤ ਸਭਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ। ਜਿਸ ਨੇ ਪੂਰਾ ਗੁਰੂ ਲੱਭ ਲਿਆ ਹੈ, ਪੂਰੇ ਗੁਰੂ ਦੀ ਪ੍ਰਾਪਤੀ ਕਰ ਲਈ ਹੈ, ਇਹ ਉਹ ਸਤ ਸੰਗਤ ਹੈ ਜਿੱਥੇ ਆ ਕੇ ਸਾਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਣੀ ਹੈ। ਜਿੱਥੇ ਆ ਕੇ ਅਸੀਂ ਗੁਰੂ ਦੇ ਚਰਨੀ ਲੱਗਣਾ ਹੈ ਤੇ ਚਰਨੀ ਲੱਗ ਕੇ ਆਪਣਾ ਜੀਵਨ ਸੁਹਾਵਣਾ ਬਣਾਉਣਾ ਹੈ। ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਹਾਂ ਸੁਹੇਲੇ ਵਾਲੀ ਖੇਡ ਬਣਾਉਣੀ ਹੈ। ਪਰ ਸਤ ਸੰਗਤ ਵਿੱਚ ਆ ਕੇ ਤਾਂ ਪੂਰੇ ਗੁਰੂ ਦੀ ਪ੍ਰਾਪਤੀ ਹੋਣੀ ਹੈ। ਹੁਣ ਅੰਦਰ ਦੀ ਖੇਡ ਇਹ ਹੈ, ਸੰਤ ਦਾ ਅਰਥ ਹੈ ਮਨ। ਮਨ ਸ਼ਾਂਤ ਹੋ ਗਿਆ ਜਦੋਂ ਪੂਰਾ ਗੁਰੂ ਲੱਭਾ ਨਾ,
ਤੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਢੋਈ ਐਸੀ ਨਾਮ ਦੀ ਮਿਲ ਗਈ। ਫਿਰ ਸਮਝ ਲੈਣਾ, ਕਹਿੰਦੇ ਨੇ ਜਿਨ ਪੂਰਾ ਗੁਰੂ ਲੱਭਾ, ਜਿਹਨੂੰ ਪੂਰਾ ਗੁਰੂ ਮਿਲ ਗਿਆ। ਗੁਰੂ ਕੀ ਹੈ? ਬਾਣੀ। ਗੁਰੂ ਗੁਰੂ ਹੈ ਬਾਣੀ। ਜਿਹਨੂੰ ਆ ਪੂਰੀ ਬਾਣੀ ਦੇ ਰੂਪ ਵਿੱਚ ਗੁਰੂ ਮਿਲ ਗਿਆ, ਉਹਨੂੰ ਅੰਦਰੋਂ ਸ਼ਬਦ ਦੀ ਬਾਣੀ ਦੀ ਢੋਈ ਮਿਲ ਗਈ। ਤੇ ਜਿਹਨੂੰ ਅੰਦਰੋਂ ਸ਼ਬਦ ਦੀ ਢੋਈ ਮਿਲ ਗਈ, ਥਾਨ ਸੁਹਾਵਾ ਪਵਿੱਤ ਹੈ। ਉਹ ਅੰਦਰ ਦਾ ਹਿਰਦਾ ਥਾਂ ਸੋਹਣਾ ਹੋ ਗਿਆ, ਉਹ ਅੰਦਰ ਪਵਿੱਤਰ ਹੋ ਗਿਆ। ਜਿੱਥੇ ਸੰਤ ਸਭਾ, ਜਿੱਥੇ ਮਨ ਸੰਤ ਸ਼ਾਂਤ ਬਣ ਕੇ ਇੰਦਰੀਆਂ ਨਾਲ ਜੁੜ ਕੇ ਉਸ ਮਾਲਕ ਦੇ ਗੁਣ ਗਾਉਂਦਾ ਪਿਆ, ਇਹ ਅੰਦਰ ਪਵਿੱਤਰ ਹੋ ਗਿਆ। ਕਿਉਂਕਿ ਗੱਲ ਫਿਰ ਉੱਥੇ ਹੀ ਆ ਜਾਣੀ ਹੈ। ਮਹਾਰਾਜ ਜੀ ਕਹਿੰਦੇ ਤਨ ਧੋਤੈ ਮਨ ਹੱਛਾ ਨਾ ਹੋਏ। ਬਾਹਰੋਂ ਅਸੀਂ ਥਾਂ ਪਵਿੱਤਰ ਤਾਂ ਕਰ ਲਿਆ, ਪਰ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਹੁਣ ਮਨ ਅੰਦਰ ਪਵਿੱਤਰ ਨਹੀਂ ਹੋਇਆ, ਤਨ ਅਸੀਂ ਪਵਿੱਤਰ ਕਰ ਲਿਆ, ਪਰ ਗੱਲ ਤਾਂ ਅੰਦਰ ਦੀ ਹੈ। ਇਸ ਲਈ ਅੰਦਰ ਦਾ ਉਹ ਥਾਂ ਹਿਰਦਾ, ਥਾਨ ਦਾ ਅਰਥ ਹੈ ਹਿਰਦਾ, ਉਹਨਾਂ ਦਾ ਹਿਰਦਾ ਸੁਹਾਵਣਾ ਹੋ ਜਾਂਦਾ ਹੈ, ਉਹਨਾਂ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ। ਜਿੱਥੇ ਸੰਤ ਸਭਾ ਬੈਠ ਕੇ ਉਸ ਮਾਲਕ ਦੇ ਗੁਣ ਗਾਉਂਦੇ ਆ। ਕੌਣ ਗਾਉਂਦੇ ਨੇ? ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਨੂੰ ਲੱਭ ਕੇ ਉਸ ਮਾਲਕ ਦੇ ਨਾਮ ਦੀ ਢੋਈ ਪ੍ਰਾਪਤ ਕਰ ਲਈ, ਭਾਵ ਗੁਰੂ ਦੇ ਸ਼ਬਦ ਦਾ ਆਸਰਾ ਲੈ ਲਿਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੋਲ ਪਹੁੰਚਣਾ ਹੈ ਨਾ, ਪਹੁੰਚਣਾ ਸੌਖਾ ਨਹੀਂ ਸੀ। ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚਣ ਲਈ ਕੀ ਕਰਨਾ ਪੈਣਾ ਸੀ? ਪਹਿਲਾਂ ਅਧੂਰਿਆਂ ਵਿੱਚੋਂ ਨਿਕਲਣਾ ਪੈਣਾ ਸੀ। ਪੂਰਾ ਗੁਰੂ ਤੇ ਤਾਂ ਲੱਭੇਗਾ ਜੇ ਪਹਿਲਾਂ ਕੱਚੀ ਬਾਣੀ ਚੋਂ ਨਿਕਲੋਗੇ। ਕੱਚੀ ਬਾਣੀ ਚੋਂ ਨਿਕਲ ਕੇ ਫਿਰ ਆ ਗੁਰੂ ਲੱਭਣਾ ਸੱਚੀ ਬਾਣੀ ਵਾਲਾ। ਤੇ ਜਿੱਦਣ ਲੱਭਣਾ ਉਸ ਦਿਨ ਕਹਿਣਾ ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਆਉਂਦੇ ਤਾਂ ਰੋਜ਼ ਸੀ, ਪਰ ਲਾਦੋ ਅੱਜ ਖੇਡ ਅੱਜ ਬਣੀ ਹੈ। ਉਹ ਆਨੰਦ ਵੱਖਰਾ ਹੈ। ਖੈਰ ਗੁਰੂ ਸਾਹਿਬ ਜੀ ਕਹਿੰਦੇ ਨੇ ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ। ਨਾਨਕ ਗੁਰੂ ਅਰਜਨ ਦੇ ਪਾਤਸ਼ਾਹ ਬੱਦਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਹੁਣ ਮੈਂ ਉਸ ਘਰ ਨੂੰ ਪਾ ਲਿਆ, ਉਸ ਘਰ ਤੱਕ ਮੇਰੀ ਪਹੁੰਚ ਬਣ ਗਈ ਹੈ ਜਿਸ ਘਰ ਦੇ ਵਿੱਚ ਮਿਰਤ ਨਾ ਜਨਮ ਜਰਾ, ਜਿੱਥੇ ਆਤਮਕ ਮੌਤ ਨਹੀਂ ਹੁੰਦੀ, ਜਿੱਥੇ ਜਨਮ ਮਰਨ ਨਹੀਂ ਹੁੰਦਾ, ਔਰ ਜਿੱਥੇ ਕਹਿੰਦੇ ਨੇ ਆ ਬੁਢੇਪਾ ਨਹੀਂ ਸਤਾਉਂਦਾ ਹੈ ਵਿਕਾਰਾਂ ਦਾ। ਮੈਂ ਉਸ ਥਾਂ ਨੂੰ ਪ੍ਰਾਪਤ ਕਰ ਲਿਆ, ਉਹ ਘਰ ਮੈਨੂੰ ਮਿਲ ਗਿਆ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ। ਇਸ ਲਈ ਸਾਹਿਬ ਕਹਿੰਦੇ ਜੇ ਤੁਸੀਂ ਉਸ ਘਰ ਤੱਕ ਪਹੁੰਚਣਾ ਚਾਹੁੰਦੇ ਹੋ ਜਿੱਥੇ ਆ ਅਵਸਥਾ ਹੋਵੇ ਕਿ ਜਿੱਥੇ ਮਿਰਤ ਨਾ ਜਨਮ ਜਰਾ, ਜੇ ਤੁਸੀਂ ਉਸ ਮਹਿਲ ਤੱਕ ਪਹੁੰਚਣਾ ਚਾਹੁੰਦੇ ਹੋ ਜੋ ਗੁਰ ਤੇ ਮਹਿਲ ਪ੍ਰਾਪਤੇ ਵਾਲੀ ਖੇਡ ਹੈ, ਉਹਦੇ ਲਈ ਫਿਰ ਇੱਕੋ ਹੀ ਕੰਮ ਕਰੋ। ਮਨ ਨੂੰ ਕਹੋ ਮੇਰੇ ਮਨ ਇਕਸ ਸਿਉ ਚਿਤ ਲਾਏ। ਤੂੰ ਗੁਰੂ ਦਰ ਤੇ ਆ ਕੇ ਇੱਕ ਨਾਲ ਆਪਣਾ ਚਿੱਤ ਲਾ। ਜਿੱਦਨ ਅਸੀਂ ਇੱਕ ਨਾਲ ਚਿੱਤ ਲਾ ਲਾਂਗੇ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ। ਜਿੱਦਨ ਸਾਡੇ ਜੀਵਨ ਵਿੱਚ ਇਹ ਅਵਸਥਾ ਬਣ ਗਈ, ਉਸ ਦਿਨ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੀ ਪਾਤਰ ਆਪਾਂ ਸਾਰੇ ਬਣ ਜਾਾਂਗੇ। ਇਸ ਭਾਵਨਾ ਨਾਲ ਗੁਰੂ ਦਰ ਤੇ ਆਈਏ ਤੇ ਆ ਕੇ ਬੇਨਤੀ ਕਰੀਏ, ਸਤਿਗੁਰੂ ਜੀ ਸਾਨੂੰ ਵੀ ਐਸੀ ਕਿਰਪਾ ਬਖਸ਼ਿਸ਼ ਦੇ ਦਿਓ ਜਿਹਦੇ ਨਾਲ ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਅਸੀਂ ਵੀ ਇਸ ਭਵਜਲ ਚੋਂ ਪਾਰ ਉਤਰਨਾ ਚਾਹੁੰਦੇ ਹਾਂ, ਇਹ ਦੁੱਖ ਰੋਗ ਸੰਤਾਪ ਤੋਂ ਨਿਕਲਣਾ ਚਾਹੁੰਦੇ ਹਾਂ। ਸਾਡੀ ਵੀ ਬਾਂਹ ਪਕੜੋ ਤੇ ਆਪਣੇ ਘਰ ਦੇ ਗੋਲੇ ਬਣਾਓ ਤਾਂ ਕਿ ਸਾਡਾ ਜੀਵਨ ਲੇਖੇ ਵਿੱਚ ਲੱਗ ਸਕੇ। ਆਪ ਵੀ ਜੁੜੀਏ, ਹੋਰਾਂ ਨੂੰ ਵੀ ਜੋੜੀਏ, ਆਪ ਵੀ ਗੁਰੂ ਵਾਲੇ ਬਣੀਏ ਤੇ ਹੋਰਾਂ ਨੂੰ ਵੀ ਆਪਾਂ ਗੁਰੂ ਦਾ ਗਿਆਨ ਦੇ ਕੇ ਉਹਨਾਂ ਨੂੰ ਗੁਰੂ ਘਰ ਦੇ ਨਾਲ ਜੋੜੀਏ ਤੇ ਰਲ ਕੇ ਖੁਸ਼ੀ ਦੇ ਨਾਲ ਗਾ ਕੇ ਕਹੀਏ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭੁੱਲ ਮਾਰਗ ਜਿਨ ਬਤਾਇਆ,
ਭੂਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਗੁਰ ਐਸਾ ਗੁਰੂ ਚੰਗੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਨੇਕ ਸੋਚ ਵਿਚਾਰ, ਆਪਣੇ ਕਰਮ ਚੰਗੇ ਕਰੀਏ ਤਾਂ ਕਿ ਐਸੇ ਗੁਰੂ ਦੇ ਰਾਹੀਂ ਸਾਡਾ ਵੀ ਦੁੱਖ ਸੰਤਾਪ ਤੋਂ ਛੁਟਕਾਰਾ ਹੋਵੇ, ਉਸ ਘਰ ਦੀ ਪ੍ਰਾਪਤੀ ਹੋਵੇ ਜਿੱਥੇ ਪਹੁੰਚ ਕੇ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾ ਤੇ ਖੁਸ਼ੀਆਂ ਦੀਆਂ ਦਾਤਾਂ ਬਖਸ਼ਣ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਥਾਨ ਸੁਹਾਵਾ ਪਵਿੱਤ ਹੈ, ਜਿਥੈ ਸੰਤ ਸਭਾ ਟੋਈ ਤੇ ਸਹੀ ਨੋ ਮਿਲੈ। ਜਿਨ ਪੂਰਾ ਗੁਰੂ ਲੱਭਾ, ਨਾਨਕ ਬੱਧਾ ਘਰ ਤਹਾਂ। ਜਿਥੈ ਮਿਰਤ ਨਾ ਜਨਮ ਜਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ,